अच्छा देखो भी मैं ना एग्जाम के बारे कुछ गल्लां ਆਪਾਂ ਜ਼ਰੂਰ ਕਰ ਲਈਏ। ਇੱਕ ਤਾਂ ਐਗਜ਼ਾਮ ਦੇ ਬਾਰੇ ਸਭ ਤੋਂ ਪਹਿਲਾਂ ਤੁਸੀਂ ਚੈਪਟਰ 1 ਜਿਹੜਾ ਹੈ ਜੋ ਮੈਂ ਤੁਹਾਨੂੰ ਭੇਜਿਆ ਸੀ ਜਿਸ ਚ ਪੈਰਾਲੈਕਸ ਮੈਥਡ ਵਗੈਰਾ ਸੀਗਾ ਉਹ ਜ਼ਰੂਰ ਪੜ੍ਹ ਲੈਣਾ ਸਾਰਿਆਂ ਨੇ। ਉਹ ਉਹਦੇ ਵਿੱਚ ਉਹਨਾਂ ਪੜ੍ਹ ਲਓਗੇ ਉਹਨਾਂ ਫਿਲਹਾਲ ਉਹਦੇ ਨਾਲ ਹੋ ਜਾਏਗਾ ਆਪਣਾ ਕੰਮ। ਚੈਪਟਰ 2 ਜਿਹੜਾ ਆਪਣਾ ਯੂਨਿਟਸ ਐਂਡ ਡਾਇਮੈਂਸ਼ਨ ਦਾ ਹੈ। ਯੂਨਿਟਸ ਐਂਡ ਡਾਇਮੈਂਸ਼ਨ ਵਿੱਚ ਤੁਹਾਡੇ ਕੋਲ ਡਾਇਮੈਂਸ਼ਨਲ ਐਨਾਲਿਸਿਸ ਜਿਹੜਾ ਕੀਤਾ ਹੈ ਆਪਣਾ ਐਰਰ ਐਨਾਲਿਸਿਸ ਵੀ ਕੀਤਾ ਆ। ਠੀਕ ਹੈ ਇਹਦੇ ਆਪਣੇ ਕੋਲ ਹੈਗੇ ਨੇ ਸਾਰੇ ਉਹ हर टाइप के न्यूमेरिकल्स आप देखे सी एंड एरर एनालिसिस भी देखे सी आप। तो एरर एनालिसिस परसेंटेज एरर कैलकुलेट करने वाला क्वेश्चन आता है मोस्टली जिमें इस तरह की कोई क्वांटिटी गिवन होती है ए स्केयर बी रेस पर 1/3 और सी रेस पर 2 एंड डी रेस पर 1 ऐसे कुछ भी तो थोड़ा पता परसेंटेज ऑफ दिस परसेंटेज एरर इन क्यू विल बी इक्वल टू 2 टाइम्स परसेंटेज एरर इन ए प्लस 1/3 टाइम्स दिस प्लस 2 टाइम्स परसेंटेज एरर इन सी एंड 1 टाइम्स परसेंटेज एरर इन डी। ये सब आप क्वेश्चन किए सी इन्होंने डायमेंशनल एनालिसिस ਦੇ ਵਿੱਚ ਜਿਸ ਤਰ੍ਹਾਂ ਦੇ ਮੈਕਲ ਤੁਹਾਨੂੰ ਕਰਾਇਆ ਸੀ ਤਾਂ ਉਹ ਤੁਸੀਂ ਜ਼ਰੂਰ ਕਰਨੇ ਆ। ਇੱਕ ਖਾਸ ਇਹ ਯਾਦ ਰੱਖਿਓ ਹਮੇਸ਼ਾ ਜਦੋਂ ਕਈ ਵਾਰ ਇਸ ਤਰ੍ਹਾਂ ਦਾ ਕੁਐਸਚਨ ਆ ਜਾਂਦਾ y = a sin ax + bt ਇਸ ਤਰ੍ਹਾਂ ਦਾ ਆ ਜਾਂਦਾ ਮੰਨ ਲਓ ਤੇ ਤੁਹਾਨੂੰ ਜਦੋਂ ਇਸ ਤਰ੍ਹਾਂ ਆ ਜਾਏਗਾ ਉਹ ਕਹਿਣਗੇ ਇੱਥੇ ਕਿ ਜਿਹੜਾ y ਹੈ y ਵੀ ਇੱਕ ਡਿਸਪਲੇਸਮੈਂਟ ਹੈ ਠੀਕ ਤੇ x ਜਿਹੜਾ x ਵੀ ਡਿਸਪਲੇਸਮੈਂਟ ਹੈ ਮੰਨ ਲਓ ਉਹਨਾਂ ਨੇ ਕਹਿਤਾ ਤੇ t ਜਿਹੜਾ ਆ ਉਹ ਹੈਗਾ टाइम ਤੇ ਇਹ ਜਿਹੜਾ ਹੈ ਐਂਪਲੀਟਿਊਡ ਹੈ ਇਹ ਐਂਪਲੀਟਿਊਡ ਹੈ ਐਂਪਲੀਟਿਊਡ ਵੀ ਉਹੀ ਹੁੰਦੀ ਜਿਵੇਂ ਵੇਵ ਲੈਂਥ ਹੁੰਦੀ ਨਾ ਇਹ ਵੀ ਲੈਂਥ ਵਿੱਚ ਹੀ ਮੇਜ਼ਰ ਕਰਦੇ ਆਪਾਂ। ਸੋ ਇਹ ਵੀ ਲੈਂਥ ਚ ਇਹ ਵੀ ਲੈਂਥ ਚ ਮੇਜ਼ਰ ਹੋਏਗਾ t ਇਜ਼ ਮੇਜ਼ਰਡ ਇਨ ਟਾਈਮ। ਉਹ ਕਹਿਣਗੇ ਫਾਈਂਡ ਡਾਇਮੈਂਸ਼ਨਸ ਆਫ a ਐਂਡ b ਫਾਈਂਡ ਡਾਇਮੈਂਸ਼ਨਸ ਆਫ a ਐਂਡ b ਸਮਟਾਈਮਸ ਇਹਦੇ ਨਾਲ ਇੱਥੇ c ਵੀ ਲਿਖ ਦੇਣਗੇ ਐਂਡ c ਠੀਕ ਹੈ। ਸੋ ਇੱਥੇ ਲਿਖ ਦੇਣਗੇ ax plus bt plus c you can find the dimensions of a b and c। so ਇੱਥੇ dimensions ਕਿਵੇਂ ਪਤਾ ਕਰਦੇ ਜਦੋਂ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਬੱਚਿਆਂ ਨੂੰ ਜਿਵੇਂ ਥੋੜੀ ਕਨਫਿਊਜ਼ਨ ਹੋ ਸਕਦੀ ਹੈ ਇੱਥੇ ਇਸ ਤਰ੍ਹਾਂ ਦੇ ਕੁਐਸਚਨ ਦੇਖੋ ਸਿੰਪਲ ਜੀ ਗੱਲ ਹੁੰਦੀ ਹੈ ਜਦੋਂ ਤੁਸੀਂ ਦੇਖ ਲਓਗੇ ਸਾਈਨ ਹੁਣ ਸਾਈਨ ਤੁਹਾਨੂੰ ਪਤਾ ਹੈ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੈ ਇੱਕ ਸਾਈਨ ਤੇ ਸਾਈਨ ਜਿਹੜਾ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੁੰਦਾ ਇੱਥੇ ਇਸ ਜਗ੍ਹਾ ਤੇ ਕਿਹੜੀ ਕੁਆਂਟੀਟੀ ਹੁੰਦੀ ਓਵਰਆਲ डायमेंशनलेस एंगल ਹੁੰਦਾ ਨਾ ਹਾਂ एंगल ਹੁੰਦਾ ਤੇ एंगल डायमेंशनलेस ਹੁੰਦਾ ਹੈ। ਇਹਦਾ ਮਤਲਬ ਆ ਪੂਰੀ ਜਿਹੜੀ ਕੁਆਂਟੀਟੀ ਹੈ ਆ ਪੂਰੀ ਕੁਆਂਟੀਟੀ डायमेंशनलेस ਹੋਣੀ ਚਾਹੀਦੀ ਹੈ। ਇਹਦਾ ਮਤਲਬ ਸਾਨੂੰ ਪਤਾ ਹੈ ਇਹ ਕੱਲੀ ਕੁਆਂਟੀਟੀ ਜਿਹਨਾਂ ਨੂੰ ਐਡ ਕੀਤਾ ਇਹ ਕੱਲੀ ਕੁਆਂਟੀਟੀ ਵੀ डायमेंशनलेस ਹੋਣੀ ਚਾਹੀਦੀ ਹੈ। ਇਹਦਾ ਮਤਲਬ ਜਿਹੜਾ ax ਹੈ ਉਹਦੀ ਡਾਇਮੈਂਸ਼ਨ ਹੋਣੀ ਚਾਹੀਦੀ ਹੈ m0 l0 t0। ਇਸ ਤਰ੍ਹਾਂ ਜਿਹੜਾ bt ਹੈ ਉਹਦੀ ਡਾਇਮੈਂਸ਼ਨ ਕੀ ਹੋਏਗੀ m0 l0 t0 ਤੇ ਕੱਲਾ ਜਿਹੜਾ c ਹੈ ਉਹਦੀ ਡਾਇਮੈਂਸ਼ਨ ਕੀ ਹੋਏਗੀ m0 l0 t0 ਇਸ ਤਰ੍ਹਾਂ ਦਾ। ਹੁਣ ਜਿਵੇਂ ਕੀ ਤੁਹਾਨੂੰ ਪਤਾ a ਦੀ ਡਾਇਮੈਂਸ਼ਨ ਪਤਾ ਕਰਨੀ x ਦੀ ਕੀ ਹੈ x ਦੀ ਕੀ ਹੈ ਡਿਸਪਲੇਸਮੈਂਟ l ਇੱਥੇ ਆ ਕੇ ਨੀਚੇ ਆ ਰਿਹਾ ਡਿਨੋਮੀਨੇਟਰ ਤਾਂ a ਦੀ ਡਾਇਮੈਂਸ਼ਨ ਕੀ ਮਿਲ ਜਾਏਗੀ ਆਪਾਂ ਨੂੰ -1 ਬੇਸਿਕਲੀ ਬਾਕੀ m0 t0 ਮੈਂ ਸ਼ੋ ਨਹੀਂ ਕਰ ਰਿਹਾ। ਇਸ ਤਰ੍ਹਾਂ b ਦੀ ਡਾਇਮੈਂਸ਼ਨ ਕੀ ਮਿਲ ਜਾਏਗੀ ਤੁਹਾਨੂੰ t-1 ਡਾਇਮੈਂਸ਼ਨ ਹੋਏਗੀ ਨਹੀਂ ਇਹਨੂੰ ਜਾਂ ਇਹਨੂੰ m0 l0 t0 ਵੀ ਲਿਖ ਸਕਦੇ ਹਾਂ। ਸੋ ਇਸ ਤਰ੍ਹਾਂ ਆਪਾਂ ਡਾਇਮੈਂਸ਼ਨ ਇਹਨਾਂ ਦੀਆਂ ਪਤਾ ਕਰਦੇ ਹਾਂ। ਸੋ ਇਹ ਬੜੀ ਇੰਪੋਰਟੈਂਟ ਚੀਜ਼ਾਂ ਨੇ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਕਿ ਤੁਸੀਂ ਧਿਆਨ ਰੱਖਣੇ ਹਮੇਸ਼ਾ। ਇੱਕ ਹੋਰ ਬੜਾ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਇੱਕ ਆਪਣੇ ਕੋਲ ਰੀਅਲ ਗੈਸ ਇਕੁਏਸ਼ਨ ਹੁੰਦੀ ਹੈ ਇੱਕ ਤਾਂ ਤੁਹਾਡੇ ਕੋਲ ਹੁੰਦੀ ਹੈ ਆਈਡੀਅਲ ਗੈਸ ਇਕੁਏਸ਼ਨ ਤੇ ਆਈਡੀਅਲ ਗੈਸ ਇਕੁਏਸ਼ਨ ਹੁੰਦੀ ਹੈ ਬੇਸਿਕਲੀ PV = RT for 1 mole of gas। ਇਹਦੇ ਬਾਰੇ ਆਪਾਂ ਬਾਅਦ ਚ ਜਾ ਕੇ ਪੜਾਂਗੇ ਹੁਣੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਤੇ ਇੱਕ ਹੁੰਦੀ ਹੈ ਰੀਅਲ ਗੈਸ ਇਕੁਏਸ਼ਨ। ਰੀਅਲ ਗੈਸ ਇਕੁਏਸ਼ਨ ਇਸ ਤਰ੍ਹਾਂ ਦੀ ਹੈ p + a/v² ਇਹ ਜਾਂ ਕੁਝ ਹੁੰਦਾ ਹੈ ਐਂਡ v - n is number of moles times b ਤੇ is equal to RT। ਸੋ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਮਤਲਬ ਇਹ ਰੀਅਲ ਗੈਸ ਇਕੁਏਸ਼ਨ ਹੈ। ਇਹ ਤੁਸੀਂ ਸ਼ਾਇਦ ਕੈਮਿਸਟਰੀ ਚ ਪੜੋਗੇ ਜਾਂ ਇੱਥੇ ਆਪਣੇ ਨਹੀਂ ਹੈ ਫਿਜ਼ਿਕਸ ਚ ਤਾਂ ਨਹੀਂ ਹੈ ਸਿਲੇਬਸ ਚ केमिस्ट्री च होंगी है मे भी आ गई होगी या की बता गया। चलो अपने लिए इंपॉर्टेंट किया इत्थे प्रेशर P मतलब होंदा है प्रेशर ठीक है V का मतलब होंदा है वॉल्यूम ते T का मतलब होंदा है टेंपरेचर। आ चीज़ां किवें R होंदा रिडबर्ग गैस कांस्टेंट। सो आपां इहदे हले ओदी डिटेल च जाण दी लोड़ ही नहीं आपां नूं कहणगे फाइंड डायमेंशनस ऑफ A एंड B फाइंड द डायमेंशनस ऑफ A एंड B। सो इत्थे आपां की देखना है सिंपल जी गल है आपां नूं पता अगर a दी डायमेंशन पता करनी है तो a जिस टर्म दे विच है वो टर्म किहदे नाल ऐड हो रही है
ਇਹਦਾ ਮਤਲਬ ਸਾਨੂੰ ਪਤਾ A ਬਾय ਵੋਲਿਊਮ ਦੇ ਸਕੁਅਰ ਦੀ ਜੋ ਡਾਈਮੈਂਸ਼ਨ ਹੋਏਗੀ ਕਿਹਦੇ ਬਰਾਬਰ ਹੋਣੀ ਚਾਹੀਦੀ ਹੈ? ਪ੍ਰੈਸ਼ਰ ਦੀ ਡਾਈਮੈਂਸ਼ਨ ਦੇ ਬਰਾਬਰ। A ਦੀ ਡਾਈਮੈਂਸ਼ਨ ਜਿਹੜੀ ਬਰਾਬਰ ਹੋਏਗੀ ਵੋਲਿਊਮ ਸਕੁਅਰ ਦੀ ਡਾਈਮੈਂਸ਼ਨ ਮਲਟੀਪਲਾਈਡ ਬਾय ਪ੍ਰੈਸ਼ਰ ਦੀ ਡਾਈਮੈਂਸ਼ਨ ਹੋਏਗੀ। ਪ੍ਰੈਸ਼ਰ ਦਾ ਤੁਹਾਨੂੰ ਪਤਾ ਹੈ ਪ੍ਰੈਸ਼ਰ ਕਿੰਨਾ ਫੋਰਸ ਬਾय ਏਰੀਆ। ਯੈਸ ਸਰ। mlt minus 2 by area L2, so it can cancel ml minus 1, so there will be ml minus 1 t minus 2 आ गया प्रेशर ते वॉल्यूम स्केयर का किया जाएगा L6 हो जाएगा है कि नहीं? यस सर। ਤੇ ਇਹਦੇ ਨਾਲ ਜਿਹੜੀ ਤੁਹਾਡੀ A ਦੀ ਡਾਈਮੈਂਸ਼ਨ ਆਏਗੀ ਉਹ ਆਏਗੀ ml5 t minus 2 ਦੀ ਵੀ ਆਨਸਰ ਆ ਸਕਦੇ ਤੁਸੀਂ ਇਹਨੂੰ ਘਬਰਾਣਾ ਨਹੀਂ ਹੈ ਪੇਪਰ 'ਚ ਦੇਖ ਕੇ ਜੇ ਇਦਾਂ ਦਾ ਕੁਝ ਆ ਜੇ ਜਸਟ ਮੈਂ ਇੱਕ ਆਈਡੀਆ ਦੇ ਰਿਹਾ ਕਿ ਉਹੀ ਸਾਰੇ ਰੂਲਸ ਲਗਾਣੇ ਆ। ਹੁਣ ਵੋਲਿਊਮ ਤੇ B ਆਪਸ ਕੀ ਹੋ ਰਹੇ ਨੇ ਮਾਈਨਸ ਹੋ ਰਹੇ ਨੇ ਤੇ B ਦੀ ਡਾਈਮੈਂਸ਼ਨ ਸਿੱਧਾ ਹੀ ਆ ਸਕਦੀ ਹੈ ਹਾਂ ਨਾ L क्यूब वॉल्यूम ਦੀ ਹੋਏਗੀ ਉਹੀ B ਦੀ ਡਾਈਮੈਂਸ਼ਨ ਹੋਏਗੀ। ਸੋ A ਦੀ ਡਾਈਮੈਂਸ਼ਨ ਮਿਲ ਜਾਂਦੀ ਹੈ ਇਸ ਤਰ੍ਹਾਂ B ਦੀ ਡਾਈਮੈਂਸ਼ਨ ਮਿਲ ਜਾਂਦੀ ਹੈ ਇਸ ਤਰ੍ਹਾਂ ਤਾਂ ਆਪਾਂ ਨੂੰ ਇਧਰ RTR ਪਾਸੇ ਜਾਣਾ ਹੀ ਨਹੀਂ ਪਿਆ। ਸੋ ਇਸ ਤਰ੍ਹਾਂ ਦਾ ਕੁਐਸਚਨ ਵੀ ਜਿਹੜਾ ਹੈ ਇਹ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਈ ਵਾਰ ਲੋਗੈਰਿਥਮ ਦੇ ਅੰਦਰ ਵੀ ਹੋਵੇ ਤਾਂ ਡਾਈਮੈਂਸ਼ਨਲੈਸ ਕੁਆਂਟੀਟੀ ਬਣਾ ਲੈਣੀ ਅੰਦਰ ਵਾਲੀ ਤੇ ਹਰ ਇੱਕ ਟਰਮ ਡਾਈਮੈਂਸ਼ਨਲੈਸ ਹੋਏਗੀ। ਸਾਈਨ ਜਾਂ ਕਾਜ਼ ਜਾਂ ਟੈਨ ਦੇ ਅੰਦਰ ਵੀ ਐਂਗਲ ਹੁੰਦਾ ਸੋ ਇਟ ਵਿਲ ਬੀ ਡਾਈਮੈਂਸ਼ਨਲੈਸ। ਸੋ ਇੱਕ ਤਾਂ ਆ ਚੀਜ਼ ਦਾ ਬੜਾ ਧਿਆਨ ਰੱਖਣਾ ਤੁਸੀਂ। ਉਸ ਤੋਂ ਬਾਅਦ ਜਿਹੜਾ ਆਪਣਾ ਆਂਦਾ ਹੈ ਮੋਸ਼ਨ ਇਨ ਵਨ ਡਾਈਮੈਂਸ਼ਨ ਆਂਦਾ ਹੈ ਉਹ ਮੈਨੂੰ ਲੱਗਦਾ ਉਹ ਮੋਸ਼ਨ ਇਨ ਵਨ ਡਾਈਮੈਂਸ਼ਨ ਦੀ ਹੁਣੀ ਆਪਾਂ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਕੀਤਾ ਹੈ ਹੁਣੀ ਪੇਪਰ ਵੀ ਦਿੱਤਾ ਤੁਸੀਂ ਟੈਸਟ ਵਿੱਚ ਸਾਰਿਆਂ ਨੇ ਜਿਹੜੀ ਡੈਰੀਵੇਸ਼ਨਸ ਕੀਤੀਆਂ ਨੇ ਬਹੁਤ ਹੀ ਮਾੜੀਆਂ ਕੀਤੀਆਂ ਨੇ ਮਤਲਬ ਕਿੰਨਾ ਵੱਡਾ ਫਾਹਾ ਵੜਦੇ ਹੋ ਤੁਸੀਂ ਸਿੱਧਾ ਹੀ ਟੈਸਟ ਵਿੱਚ ਜਿਹੜਾ ਆ ਪ੍ਰੂਵ ਕਰ ਰਿਹਾ S = UT + ½ AT ਸਕੁਅਰ ਇਹ ਸ਼ੁਰੂ ਹੀ ਇੱਥੋਂ ਹੁੰਦਾ ਸਿੱਧਾ ਹੀ ਐ ਹੋ ਜਾਂਦਾ ਸਿੱਧਾ ਹੀ ਪਤਾ ਨਹੀਂ ਕੀ ਕਰੀ ਜਾ ਰਿਹਾ ਇੱਥੋਂ ਸਿੱਧਾ ਹੀ ਮੈਂ ਡਰਾ ਕੀਤਾ ਹੈ ਬਸ ਐ ਕੀਤਾ ਹੈ ਸਿੱਧਾ A B C D ਤੇ ਲਿਖ ਰਹੇ ਨੇ we have to find area of this ਲੈ ਕਿਹਨੇ ਕਿਹਾ ਇਹ ਫਾਈਂਡ ਕਰਨ ਨੂੰ ਤੁਹਾਨੂੰ S = UT + ½ AT ਸਕੁਅਰ ਇਵੈਲੂਏਟ ਕਰਨ ਨੂੰ ਕਿਹਾ ਵਾ ਡਰਾਈਵ ਕਰਨ ਨੂੰ ਕਿਹਾ ਯੂਜ਼ਿੰਗ ਦਾ ਗ੍ਰਾਫਸ ਤੁਸੀਂ ਐ ਥੋੜੇ ਲਿਖੋਗੇ ਜਿਵੇਂ ਲਿਖਦੇ ਨੇ ਕੁਝ ਵੀ ਲਿਖ ਦਿੰਦੇ ਹੋ ਐਵੇਂ ਤੁਸੀਂ ਲਿਖੋਗੇ ਦੈਟ ਆ ਜਿਹੜਾ ਹੈ ਆਪਣੇ ਕੋਲ this and this ਇਸ ਤਰ੍ਹਾਂ ਐਕਸਿਸ ਡਰਾ ਕਰੋਗੇ ਬਹੁਤ ਉਹਦੇ ਨਾਲ ਤਹਿਜ਼ੀਬ ਨਾਲ ਇੱਥੇ ਲਿਖੋਗੇ ਵੀ ਆ ਟਾਈਮ ਐਕਸਿਸ ਹੈ ਇੱਥੇ ਲਿਖੋਗੇ ਕਿ ਆ ਵੈਲੋਸਿਟੀ ਐਕਸਿਸ ਹੈ ਇਧਰ ਨੂੰ ਤੇ ਲਿਖੋਗੇ ਇੱਥੇ ਕਿ ਕਲੀਅਰਲੀ as we know ਇੱਥੇ ਲਿਖ ਦੋ as we know the velocity time graph for a uniformly accelerated motion is a straight line inclined to time axis ਹੁਣ ਆ ਗੱਲਾਂ ਲਿਖਦੇ ਹੀ ਨਹੀਂ ਤੁਸੀਂ ਪਤਾ ਨਹੀਂ ਕਿਉਂ ਕੋਈ ਵੀ ਨਹੀਂ ਲਿਖਦਾ ਤੁਹਾਨੂੰ ਉਹ ਗੱਲਾਂ ਦੱਸੀਆਂ ਸਾਰੀਆਂ ਲਿਖਣਾ ਫਿਰ ਉਹਨੂੰ ਲਿਖੋਗੇ ਫਿਰ ਗ੍ਰਾਫ ਐਂਡ ਲੈਟ AB be this graph ਤੇ ਉਸ ਤੋਂ ਬਾਅਦ ਫਿਰ ਇੱਥੇ AB ਉਹਨੂੰ ਕਹੋ ਨਾ ਫਿਰ ਉਹਨੂੰ ਕਿਸੇ ਨੂੰ AB ਕਹਿ ਦਿਓ ਇਹਨੂੰ ਜਾਂ AB ਹੈ ਆ ਗ੍ਰਾਫ ਬਣਾਤਾ फिर लिखोगे at time t = 0 let velocity is u and at time t = t velocity is v ਤਾਂ ਇਥੋਂ ਇਹਨੂੰ ਸ਼ੋ ਕਰ ਦੋ ਹੈ ਸ਼ੇਡ ਕਰਕੇ v ठीक है ना then ਤੁਸੀਂ ਫਿਰ ਇਸੇ ਲਿਖੋਗੇ and we know that area under velocity time graph gives displacement traveled by the body so therefore S = लिखोगे ਤੁਸੀਂ area ਆ ABCD ਜੋ ਵੀ ਲਾਓਗੇ ਹੁਣ ਬਣਾਓਗੇ ਇਹਨੂੰ ਡਰਾ ਕਰੋਗੇ ਫਿਰ ਲਿਖੋਗੇ ਏਰੀਆ ਫਿਰ ਉਸ ਤੋਂ ਬਾਅਦ ਉਸ ਏਰੀਆ ਨੂੰ ਕੈਲਕੂਲੇਟ ਕਰ ਲਈ ਤੁਸੀਂ ABCD ਕਰਕੇ ਜੋ ਵੀ ਲਿਖਣਾ ਉਹ ਸਾਰਾ ਕੰਮ ਕਰਨਾ ਤੁਸੀਂ ਸ਼ੁਰੂ ਹੀ ਇੱਥੋਂ ਕਰਦੇ ਹੋ ਨੀਚੋਂ ਉੱਪਰ ਕੁਝ ਨਾ ਐਕਸਪਲੇਨ ਕਰਨਾ ਨਾ ਕੋਈ ਪ੍ਰੋਪਰ ਤੇ ਇਹਨੂੰ ਪਲਾਟ ਕਰਦੇ ਹੋ ਜਦੋਂ ਡਾਇਗਰਾਮ ਨੂੰ ਤਾਂ ਬਹੁਤ ਵਧੀਆ ਤਰ੍ਹਾਂ ਇਹਨੂੰ ਉਹ ਕਰਨਾ ਹੈ ਲੇਬਲ ਕਰਨਾ ਹੈ ਜਿਵੇਂ ਹੁਣੀ ਕਰ ਰਹੇ ਹਾਂ ਤੁਸੀਂ ਲਿਖਣਾ ਹੈ ਕਿ ਆ 0 ਟਾਈਮ ਹੈ t = 0 ਇੱਥੇ ਲਿਖੋਗੇ ਤੁਸੀਂ t = t ਫਿਰ ਤੁਸੀਂ ਇੱਥੇ ਬਣਾਓਗੇ ਇਸ ਡਾਇਗਰਾਮ ਨੂੰ ਪ੍ਰੋਪਰਲੀ ਤਾਂ ਤੁਸੀਂ ਇਹਨੂੰ ਵੀ ਸ਼ੋ ਕਰ ਦੋਗੇ ਇਸ ਤਰ੍ਹਾਂ ਫਿਰ ਤੁਸੀਂ ਇਸ ਨੂੰ ਇਸ ਤਰ੍ਹਾਂ ਸ਼ੇਡ ਕਰਕੇ ਡਰਾ ਕਰ ਦੋਗੇ ਸ਼ੇਡ ਕਰਕੇ ਕਿਉਂਕਿ ਆ ਮੇਨ ਦਾ ਗ੍ਰਾਫ ਇਹੀ ਹੈ ਉੱਪਰਲਾ ਫਿਰ ਤੁਸੀਂ ਇੱਥੇ ਦਿਖਾਓਗੇ ਦੈਟ ਆ u ਹੈਗਾ ਤੇ ਆ ਵੀ u ਹੈਗਾ ਵਾ ਇੱਥੋਂ ਤੋਂ ਲੈ ਕੇ u ਇੱਥੋਂ ਤੱਕ u ਹੈਗਾ ਵਾ ਇਹਨੂੰ ਡਿਸਟੈਂਸ ਨੂੰ ਦਿਖਾ ਦੋਗੇ ਤੱਕ ਫਿਰ ਦਿਖਾਓਗੇ ਕਿ ਇੱਥੋਂ ਤੋਂ ਲੈ ਕੇ ਜਿਹੜਾ ਹੈਗਾ ਆ ਹੈਗਾ v ਹੈਗਾ ਆ ਪੂਰਾ ਫਿਰ ਦਿਖਾਓਗੇ ਵੀ ਆ ਜਿਹੜਾ ਹੈ v - u ਆ ਤੇ ਆ t ਹੈ 0 ਤੋਂ ਲੈ ਕੇ t ਤੱਕ ਤੇ ਹੁਣ ਆਪਾਂ ਬਾਕੀ ਸਾਰੇ ਗੱਲ ਕਰ ਲਵਾਂਗੇ
ਤੁਸੀਂ ਮਤਲਬ ਕੁਝ ਪਲਾਟ ਕੀਤਾ ਨਹੀਂ ਹੋਇਆ, ਬਸ ਇਸ ਤਰ੍ਹਾਂ ਡਾਇਗਰਾਮ ਬਣਾ ਕੇ ਕਹਿੰਦੇ ਮੈਨੂੰ ਪੂਰੇ ਨੰਬਰ ਮਿਲ ਜਾਣ। ਪੂਰੇ ਨੰਬਰ ਕਿਵੇਂ ਮਿਲ ਜਾਣਗੇ? ਮਿਲਣੇ ਹੀ ਨਹੀਂ ਕਦੀ। ਫਿਜ਼ਿਕਸ ਦੇ ਵਿੱਚ ਤੁਹਾਨੂੰ ਲਿਖਣਾ ਆਣਾ ਚਾਹੀਦਾ। ਫਿਰ ਜਿਹੜਾ ਤੁਸੀਂ ਉਹ ਕਰਦੇ ਹੋ ਕਹਿੰਦੇ ਅਗਲਾ ਜਿਹੜਾ ਕੈਲਕੂਲਸ ਮੈਥਡ ਨਾ ਕਰਦੇ ਹੋ, ਉੱਥੇ ਤੁਸੀਂ ਹੋਰ ਗਲਤ ਪਾਇਆ। ਮੈਂ ਤੁਹਾਨੂੰ ਤਾਂ ਹੀ ਗਰੁੱਪ 'ਚ ਭੇਜਿਆ, ਇੱਕ ਆਨਸਰ ਸ਼ੀਟ ਭੇਜੀ ਵੀ ਇਸ ਤਰ੍ਹਾਂ ਲਿਖਣਾ ਸੀ। मतलब एक्सेलरेशन बाय डेफिनेशन ਤੁਸੀਂ ਲਿਖਦੇ ਹੋ ਨਾ ਪਹਿਲਾਂ ਬਾय डेफिनेशन है ना, ਵੀ एक्सेलरेशन इज इक्वल टू dv by dt। फिर से लिखोगे ना मल्टीप्लाइंग एंड डिवाइडिंग द न्यूमरेटर डिनोमिनेटर, या मल्टीप्लाइंग द न्यूमरेटर एंड डिनोमिनेटर बाय dx। फिर लिखोगे a is equal to dv by dx into dx by dt। फिर थे नाल रीजन दोगे because dx by dt is equal to v, so here it is v। सो फिर लिखोगे v dv by dx, a फिर a dx is equal to v dv। आ इत्थों शुरू कर रहे ने कईयां दा मतलब कि जेड़ा शुरू हो रहा इत्थों शुरू हो रहा, मतलब डेरिवेशन च कुछ भी नहीं आया। कई बच्चों का शुरू ही इत्थों हो गया जी। ते शुरू भी किवें कीता? ऐ लिखिया तुसीं a dx is equal to v dv, फिर दोनों पासे इंटीग्रल a dx is equal to v dv। आ हुणी मैं अज दसियां कीतियां गलतियां, अज जिन्हां दसियां ने उन्हां देख लो किने कीता सी। ये x1 तो x2 दसता, u तो v दसता, फिर सीधे लिखता v स्क्वायर माइनस u स्क्वायर इक्वल 2s। वाह, सीधा ही आ गया। एक स्टेप आ, दूजा है, तीजा है, हो गया। पता नहीं किहड़ा कैलकुलस मैथड करदे हो इस तरह। ਤੁਹਾਨੂੰ ਜੋ ਮੈਂ ਪ੍ਰੋਪਰ ਲਿਖ ਕੇ ਦੱਸੇ ਸਟੈਪ ਸਾਰੇ ਵੀ ਯਾਰ ਲਿਖਣੇ ਆ ਜ਼ਰੂਰੀ। ਇੰਟੀਗਰਲ ਕਿਵੇਂ ਕਰਨਾ, ਇੰਟੀਗਰਲ ਦਾ ਫਾਰਮੂਲਾ ਲਗਾਉਣ ਤੋਂ ਬਾਅਦ ਉਹਨੂੰ ਵੈਲਿਊਜ਼ ਕਿਵੇਂ ਪੁੱਟ ਕਰਨੀ ਹੈ, ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਪੁੱਟ ਕਿਵੇਂ ਕਰਨੀ ਹੈ। ਸੋ ਉਹ ਚੀਜ਼ਾਂ ਦਾ ਖਿਆਲ ਰੱਖਣਾ ਹੈ। ਆਏਗਾ ਆਪਣਾ ਕੈਲਕੂਲਸ ਮੈਥਡ ਦੇ ਬਾਰੇ ਹੈ। ਫਿਰ ਇਸੇ ਤਰ੍ਹਾਂ ਤੁਸੀਂ ਜਿਹੜਾ ਬਹੁਤ ਇੰਪੋਰਟੈਂਟ ਹੈ, ਜਿਹੜਾ ਪੇਪਰ 'ਚ ਆਣਾ ਹੀ ਆਣਾ, ਤੁਸੀਂ ਦੇਖ ਲਿਓ ਪੇਪਰ 'ਚ ਇੱਕ ਤਾਂ ਤੁਹਾਨੂੰ ਆਊਗਾ ਪੱਕਾ ਪੈਰਲੈਲੋਗ੍ਰਾਮ ਲਾਅ। ਇਹ ਪਹਿਲੀ ਵਾਰ ਸਕੂਲ ਐਗਜ਼ਾਮ 'ਚ ਆਉਂਦੇ ਆ, ਪੈਰਲੈਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ। ਤੇ ਉਹ ਕਹਿਣਗੇ ਵੀ ਆਪਾਂ ਹੁਣ ਜੇ ਉਹਨਾਂ ਨੇ ਇਹ ਕਹਿਤਾ, ਉਹਨਾਂ ਨੇ ABCD ਕੁਝ ਨਹੀਂ ਦਿੱਤਾ ਨਾ, ਤਾਂ ਤੁਸੀਂ ਆਪਣੇ ਵੱਲੋਂ ABCD ਜੇ ਦੱਸੋਗੇ ਤਾਂ ਨਾਲ ਤੁਹਾਨੂੰ ਦੱਸਣਾ ਪੈਣਾ, ਉਹਨੂੰ ਐਕਸਪਲੇਨ ਕਰਨਾ ਪੈਣਾ। ਇਹਦੀ ਜਿਹੜੀ ਸਟੇਟਮੈਂਟ ਆ ਬਹੁਤ ਧਿਆਨ ਨਾਲ ਰੱਖਿਓ। ਤੁਹਾਡੇ ਚੋਂ ਸਟੇਟਮੈਂਟ ਕੋਈ ਨਹੀਂ ਚੱਜ ਦਾ ਲਿਖਦਾ, ਸਾਰੇ ਦੇ ਅੱਧਾ ਨੰਬਰ ਹਰ ਟੈਸਟ 'ਚ ਕੱਟਿਆ ਗਿਆ, ਠੀਕ ਹੈ ਨਾ। ਇਹਦੀ ਸਟੇਟਮੈਂਟ ਚੰਗੀ ਤਰ੍ਹਾਂ ਅੱਜ ਬੁੱਕ 'ਚੋਂ ਦੁਬਾਰਾ ਦੇਖ ਕੇ ਲਿਖ ਕੇ ਕਰਿਓ ਚੰਗੀ ਤਰ੍ਹਾਂ। ਤੇ ਫਿਰ ਉਹਨੂੰ ਐਕਸਪਲੇਨ ਕਰਨਾ, ਜਦੋਂ ਤਾਂ ਉਹਨੂੰ ਐਕਸਪਲੇਨ ਕਰਨ ਲਈ ਪ੍ਰੋਪਰਲੀ ਡਾਇਗਰਾਮ ਨੀਟ ਐਂਡ ਕਲੀਨ ਬਣਾਉਣਾ, ਛੋਟਾ ਨਹੀਂ ਬਣਾਉਣਾ। ਕੱਲ ਇੱਕ ਬੱਚੇ ਨੇ ਕੀ ਕੀਤਾ ਹੋਇਆ ਸੀ, ਮੈਂ ਦੇਖਿਆ ਉਹਨੇ ਡਾਇਗਰਾਮ ਬਣਾਇਆ ਵਾ, ਆ ਤੁਸੀਂ ਸਿੰਗਲ ਲਾਈਨ ਕਾਪੀ ਹੁੰਦੀ ਹੈ ਇਸ ਤਰ੍ਹਾਂ, ਆ ਸਿੰਗਲ ਲਾਈਨ ਕਾਪੀ ਹੁੰਦੀ ਤੁਹਾਡੀ, ਸਿੰਗਲ ਲਾਈਨ ਕਾਪੀ ਇਸ ਤਰ੍ਹਾਂ ਦੀ ਹੁੰਦੀ ਹੈ। ਉਹਨੇ ਕੀ ਕੀਤਾ, 2 ਲਾਈਨਾਂ ਵਿੱਚ ਡਾਇਗਰਾਮ ਬਣਾਤਾ। ਮਤਲਬ ਕਿ ਮੈਂ ਹੈਰਾਨ ਸੀਗਾ ਵੀ ਉਹਨੇ ਬੱਚੇ ਨੇ ਡਾਇਗਰਾਮ ਐ ਬਣਾਇਆ, ਇਹਦੇ ਵਿੱਚ ਹੀ ਬਣਾਤਾ ਡਾਇਗਰਾਮ ਵੀ ਆ ਲਓ ਜੀ, ਆ ਬਣ ਗਿਆ। ਐ ਬਣਾਤਾ ਉਹਨੇ, ਐ ਬਣਾਤਾ ਉਹ ਸਟ੍ਰੇਟ ਲਾਈਨ ਦਾ। ਮੈਂ ਕਿਹਾ ਹੱਦ ਹੋ ਗਈ, ਇਹ ਤਾਂ ਇੰਨਾ ਬਰੀਕ ਡਾਇਗਰਾਮ ਬਣਾਇਆ। ਆ ਏਰੀਆ ਸ਼ੋ ਕੀਤਾ, ਇਹ ਮੈਂ ਕਿਹਾ ਆ ਕੀ ਆ ਵੀ ਐਡਾ ਵੱਡਾ ਪੇਜ ਹੁੰਦਾ ਇੱਥੋਂ ਲੈ ਕੇ ਇੱਥੇ ਤੱਕ, ਇਹਨੂੰ ਥੋੜਾ ਵੱਡਾ ਬਣਾਓ, ਥੋੜਾ ਦਿਖੇ ਤਾਂ ਸਹੀ ਕੁਝ ਕਿੱਥੇ ਹੈਗਾ ਉਹ। ਸੋ ਇਹਨਾਂ ਗੱਲਾਂ ਦਾ ਖਿਆਲ ਰੱਖਿਓ ਆਪਣੇ ਪੇਪਰ ਦੇ ਵਿੱਚ, ਐਵੇਂ ਨਾ ਕਿ ਡਾਇਗਰਾਮ ਮਰਿਆ ਜਾਂ ਬਣਾ ਦਿਓ। ਪ੍ਰੋਪਰਲੀ ਸਾਫ਼ ਸੁਥਰਾ ਹੋਣਾ ਚਾਹੀਦਾ, ਸਾਫ਼ ਸੁਥਰਾ ਲਿਖਿਆ ਹੋਣਾ ਚਾਹੀਦਾ, ਸਾਫ਼ ਸੁਥਰਾ ਐਕਸਪਲੇਨ ਕੀਤਾ ਹੋਣਾ ਚਾਹੀਦਾ, ਲੇਬਲਡ ਹੋਣਾ ਚਾਹੀਦਾ ਡਾਇਗਰਾਮ। ਤੇ ਇਹਦੇ ਵਿੱਚ ਤੁਸੀਂ ਵੈਕਟਰ ਵਿੱਚ ਜੋ ਗਲਤੀਆਂ ਕਰਦੇ ਨੇ ਉਹ ਨਾ ਕਰਿਓ। ਤੇ ਜਦੋਂ ਆਪਾਂ ਐਡੀਸ਼ਨ ਦੀ ਗੱਲ ਕਰ ਲਈ, ਜਦੋਂ ਸਬਟ੍ਰੈਕਸ਼ਨ ਦੀ ਗੱਲ ਕਰਨੀ ਆ, ਕਈ ਬੱਚੇ ਸਬਟ੍ਰੈਕਸ਼ਨ 'ਚ ਵੀ ਐਡੀਸ਼ਨ ਦਾ फिर डायग्राम नाल बनाते हैं कि नाल ऐ बनाते हैं कि ज्यादा सियाने हैं भी आप एडिशन भी बनाता, लो जी सबट्रैक्शन बनाता, ਉਹਦੇ ਵਿੱਚ ਆ ਕਾਚਾ ਮਾਚਾ ਕਿਉਂ ਕਰਦੇ ਹੋ? ਤੁਹਾਨੂੰ ਸਬਟ੍ਰੈਕਸ਼ਨ ਪੁੱਛਿਆ ਤਾਂ ਕੱਲੀ ਸਬਟ੍ਰੈਕਸ਼ਨ ਦੱਸੋ। ਹਾਂਜੀ ਹੱਥ ਖੜਾ ਕੀਤਾ ਸੀ ਕਿਸੇ ਨੇ, ਕੁਝ ਪੁੱਛ ਰਿਹਾ ਕੋਈ? नो सर, गलती ना हो गया सी। ਅੱਛਾ, ਸੋ ਤੁਸੀਂ ਸਬਟ੍ਰੈਕਸ਼ਨ ਵਾਲਾ ਜਿਹੜਾ ਦੱਸਣਾ ਹੈ ਪਾਰਟ, ਉਹ ਕਿਵੇਂ ਦੱਸਣਾ ਹੁੰਦਾ ਹੈ ਸਬਟ੍ਰੈਕਸ਼ਨ ਦਾ। ਐਡੀਸ਼ਨ ਦਾ ਮੈਂ ਨਹੀਂ ਦੱਸ ਰਿਹਾ ਹੁਣ ਇੱਥੇ। ਸਬਟ੍ਰੈਕਸ਼ਨ ਦੇ ਲਈ ਤੁਸੀਂ ਇੱਥੇ ਬਣਾਉਣਾ ਹੁੰਦਾ ਹੈ ਪਹਿਲਾਂ A ਵੈਕਟਰ, ਤੇ ਉਸ ਤੋਂ ਬਾਅਦ ਆਪਣਾ ਚਾਹੇ ਟ੍ਰਾਇੰਗਲ ਉਹਦੇ ਹਿਸਾਬ ਨਾਲ ਹੀ ਬਣਾ ਲਿਆ ਕਰੋ ਇੱਥੋਂ ਹੀ ਵੀ B ਵੈਕਟਰ, ਜੇ ਉਹਨੇ ਟ੍ਰਾਈ ਮੈਂਸ਼ਨ ਨਹੀਂ ਕੀਤਾ ਕੁਝ। ਆ B ਵੈਕਟਰ ਆ। ਸੋ ਡਾਇਗਰਾਮ ਦੇ ਵਿੱਚ ਤਾਂ ਆਪਣਾ A ਵੈਕਟਰ ਆ ਹੋਊਗਾ ਤੇ B ਵੈਕਟਰ ਆ ਹੋਊਗਾ, ਤੇ A ਤੇ B ਵੈਕਟਰ ਦੇ ਵਿੱਚ ਜਿਹੜਾ ਐਂਗਲ ਗਿਵਨ ਆ ਉਹ ਐਂਗਲ ਆ ਥੀਟਾ, ਇਹ ਸਭ ਚੀਜ਼ਾਂ ਗਿਵਨ ਹੁੰਦੀਆਂ ਨੇ। ਸਬਟ੍ਰੈਕਸ਼ਨ ਦਾ ਕੰਮ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਫਿਰ ਆਪਾਂ ਸਬਟ੍ਰੈਕਸ਼ਨ ਇਸ ਤੋਂ ਬਾਅਦ ਦੇਖਦੇ ਹਾਂ ਕਿ ਜਿਹੜਾ ਵੈਕਟਰ ਆਪਣਾ B ਦਾ -B ਕਰਾਂਗੇ ਉਹ ਇੱਥੇ ਆਏਗਾ, ਤੇ ਸਿਰਫ ਨੀਚੇ ਹੀ ਡਰਾ ਕਰਾਂਗੇ ਜੋ ਚਾਹੀਦਾ ਆਪਾਂ ਨੂੰ, ਆ ਆਏਗਾ -B ਵੈਕਟਰ। ਹੁਣ A ਵੈਕਟਰ ਤੇ -B ਵੈਕਟਰ ਨੂੰ ਆਪਾਂ ਕੀ ਕਰਨ ਜਾ ਰਹੇ ਹਾਂ, ਆਪਾਂ ਉਹਨਾਂ ਨੂੰ ਐਡ ਕਰਨ ਜਾ ਰਹੇ ਹਾਂ। ਤੇ ਜਦੋਂ ਐਡ ਕਰਨ ਜਾ ਰਹੇ ਹਾਂ ਤਾਂ ਬੇਸਿਕਲੀ ਇਹ ਐਡ ਦਾ ਫਾਰਮੂਲਾ ਲੱਗੇਗਾ ਇੱਥੇ, ਤੇ ਇਹ ਆਪਣਾ ਆ ਕੀ ਜਾਏਗਾ, ਇਹ ਆਪਣਾ ਆ ਜਾਏਗਾ A ਵੈਕਟਰ ਵਿੱਚ ਐਡ ਹੀ ਕੀਤਾ ਮੈਂ -B ਵੈਕਟਰ, ਤਾਂ ਉਹ ਆਟੋਮੈਟਿਕਲੀ ਬਣ ਗਿਆ A ਵੈਕਟਰ -B ਵੈਕਟਰ। ਹੁਣ ਇਹਦਾ ਜੇ ਮੈਗਨੀਟਿਊਡ ਲਿਖਣਾ ਹੈ ਤੁਸੀਂ,
ਤਾਂ ਆਪਾਂ ਕਹਾਂਗੇ, ਆਪਾਂ ਇਹਨੂੰ ਐ ਲਵਾਂਗੇ ਕਿ that a ਵੈਕਟਰ प्लस b ਵੈਕਟਰ, ਚਾਹੇ प्लस b ਵੈਕਟਰ ਵਾਲਾ ਤੁਸੀਂ ਉੱਪਰ ਕਰ ਲਿਓ ਪ੍ਰੂਵ ਇੱਕ ਵਾਰੀ ਪੂਰਾ ਪੈਰਲਲੋਗ੍ਰਾਮ ਲਾਓ, ਜੇ ਆਪਣੇ 5 ਨੰਬਰ 'ਚ ਆ ਗਿਆ ਤਾਂ ਇਹਦਾ ਆਪਾਂ ਮੈਗਨੀਟਿਊਡ ਦੇਖਣਾ। ਹੁਣ ਇਹਦਾ ਮੈਗਨੀਟਿਊਡ ਬੇਸਿਕਲੀ ਹੁੰਦਾ ਹੈ a ਵੈਕਟਰ ਦੇ ਮੈਗਨੀਟਿਊਡ ਦਾ ਸਕੁਅਰ ਤੇ ਮਾਈਨਸ b ਵੈਕਟਰ ਦਾ ਜਿਹੜਾ ਮੈਗਨੀਟਿਊਡ ਹੋਏਗਾ, ਲੈਂਥ ਉਨੀ ਹੁੰਦੀ ਹੈ, ਇਸ ਲਈ ਪਲੱਸ ਹੀ ਰਹਿੰਦਾ ਇੱਥੇ, प्लस 2 टाइम्स a vector the magnitude minus b vector the magnitude and cos of angle between these two vectors, which one, a and minus b, so a angle आएगा हम ता इथे आएगा 180 डिग्री माइनस थीटा। थोड़ा नीट एंड क्लीन लिखा करो। फिर बन जाएगा अपना a स्क्वायर, a कल्ला b स्क्वायर, a टू a b ही रहेगा क्योंकि आप माइनस b आ माइनस बच्चे बाहर ला देने, आ थोड़ी माइनस बाहर अंदर मॉड ਦੇ ਅੰਦਰ ਉਹ ਤਾਂ 2ab ਬਾਰ ਲੈਂਥ ਲਿਖਣੀ ਸੀ ਉਹਦੀ, ਆਪਾਂ ਉਹਦੇ ਸਿੰਬਲ ਨੂੰ ਚੱਕ ਕੇ ਇੱਥੇ ਤੇ ਲਿਖਤਾ ਜਿੱਥੇ ਸੀਗਾ cos 180 minus theta is minus cos theta, ਤਾਂ ਮਾਈਨਸ ਆਉਂਦਾ ਇੱਥੇ। ਤੇ ਇਹਨੂੰ ਫਿਰ ਚਾਹੇ ਤੁਸੀਂ a ਵੈਕਟਰ ਮਾਈਨਸ b ਵੈਕਟਰ ਦਾ ਮੈਗਨੀਟਿਊਡ ਲਿਖ ਕੇ ਆਈ ਲਿਖ ਸਕਦੇ ਹੋ। ਤੇ ਫਿਰ ਇਹਦੀ ਆਉਂਦੀ ਡਾਇਰੈਕਸ਼ਨ, ਡਾਇਰੈਕਸ਼ਨ ਲਈ ਆਪਾਂ ਇਹ ਰਿਜ਼ਲਟੈਂਟ ਜਿਹੜਾ ਆ ਇਹਦਾ ਐਂਗਲ a ਦੇ ਨਾਲ ਲੈਣੇ ਆ ਆਪਾਂ ਐਲਫਾ ਜਾਂ ਬੀਟਾ ਮੰਨ ਲਓ, ਤਾਂ ਇੱਥੇ ਫਿਰ tan ਬੀਟਾ ਲਿਖਦੇ ਆਪਾਂ ਉਸ ਤਰ੍ਹਾਂ। ਹਾਂਜੀ ਯੋਗੇਸ਼। सर मैं कह रहा था अगर सबट्रैक्शन ਦਾ ਪ੍ਰੂਫ ਕਰਨ ਲਈ ਆਂਦਾ ਤਾਂ ਫਿਰ ਆਪਾਂ ਉੱਪਰ ਸਟੇਟਮੈਂਟ ਕੀ ਦੇਵਾਂਗੇ, ਮਤਲਬ ਲਾਅ ਦਾ ਕੀ ਸਟੇਟ ਕਰਾਂਗੇ? ਜਿਵੇਂ ਉਹਨਾਂ ਨੇ ਜਿਵੇਂ ਲਾਅ ਤਾਂ ਆਪਣਾ ਐਡੀਸ਼ਨ ਦਾ ਹੀ, ਆਪਾਂ ਐਡੀਸ਼ਨ ਦਾ ਹੀ ਲਾਅ ਇੱਥੇ ਕਰਦੇ ਆ, ਜੋ ਆਪਾਂ ਕਰ ਰਹੇ ਆ ਅਪਲਾਈ ਐਡੀਸ਼ਨ ਦਾ ਹੀ ਲਾਅ ਅਪਲਾਈ ਕੀਤਾ। ਆਪਾਂ ਨੂੰ ਲਾਅ ਆਊਗਾ ਸਟੇਟ ਕਰਨਾ ਤਾਂ ਐਡੀਸ਼ਨ ਦਾ ਆਊਗਾ, ਪਰ ਇਹ ਕਹਿ ਸਕਦੇ ਨੇ ਕਿ that find the magnitude of the relation for find the expression for the a minus b magnitude and direction of a vector minus b vector, or find the expression for the magnitude and direction of the subtraction of two vectors। मतलब state subtraction addition ਦਾ ਹੀ ਕਰਨਾ। ਹਾਂ ਸਟੇਟ ਲਾ ਤਾਂ ਆਪਾਂ ਐਡੀਸ਼ਨ ਹੀ ਵਰਤ ਰਹੇ ਹਾਂ ਇੱਥੇ ਆਪਾਂ। ਹਾਂਜੀ ਸਰ ਠੀਕ ਹੈ। ਇਨ ਸਟੇਟ ਕਹਿਣਗੇ ਵੀ find the expression for the magnitude and resultant magnitude and direction of a vector minus b vector if a vector and b vector are given and the angle between them is given। ਇਸ ਤਰ੍ਹਾਂ ਵੀ ਆ ਜਾਂਦਾ, ਠੀਕ ਹੈ। ਸੋ ਇਸ ਤੋਂ ਪਹਿਲਾਂ ਤੁਸੀਂ ਜਿਹੜੀ ਚੀਜ਼ ਨੂੰ ਯੂਜ਼ ਕਰਦੇ ਹੋ ਐਗਜ਼ਾਮੀਨਰ ਦੇ ਸਾਹਮਣੇ ਉਹ ਚੀਜ਼ ਨੂੰ ਕਰਕੇ ਦਿਖਾਇਆ ਕਰੋ, ਐਵੇਂ ਕਿਤੇ ਹਵਾ ਵਿੱਚੋਂ ਨਾ ਲਿਆਇਆ ਕਰੋ ਚੀਜ਼ਾਂ ਨੂੰ। ਜੇ 5 ਨੰਬਰ ਚ ਆ ਗਿਆ ਤਾਂ ਪਹਿਲਾਂ ਐਡੀਸ਼ਨ ਦਾ ਕਰ ਲਿਓ, ਫਿਰ ਬਾਅਦ ਸਬਟ੍ਰੈਕਸ਼ਨ ਦਾ ਕਰ ਦਿਓ, ਜੇ ਸਬਟ੍ਰੈਕਸ਼ਨ ਵੀ ਪੁੱਛਿਆ ਤਾਂ ਕਿ ਉਹਨੂੰ ਯੂਜ਼ ਕਰਨਾ ਆਪਾਂ ਇਹਦੇ ਵਿੱਚ। ਸੋ ਇੱਕ ਤਾਂ ਆ ਚੀਜ਼ਾਂ ਹੋ ਗਈਆਂ। ਹੁਣ ਇਸ ਤੋਂ ਬਾਅਦ ਜਿਹੜਾ ਤੁਸੀਂ ਕੀਤਾ ਸੀਗਾ ਕਹਿੰਦੇ ਆ ਡਾਟ ਪ੍ਰੋਡਕਟ, ਉਹ ਚੰਗੀ ਤਰ੍ਹਾਂ ਯਾਦ ਰੱਖਿਓ। ਕ੍ਰਾਸ ਪ੍ਰੋਡਕਟ ਉਹ ਚੰਗੀ ਤਰ੍ਹਾਂ ਯਾਦ ਰੱਖਿਓ। ਇਹਨਾਂ ਦੇ ਨਾਲ ਡਾਇਰੈਕਸ਼ਨਸ ਡਾਟ ਤੋਂ ਨਿਕਲਿਆ ਸੀ, ਫਿਰ ਪ੍ਰੋਜੈਕਸ਼ਨ ਉਹ ਚੰਗੀ ਤਰ੍ਹਾਂ ਯਾਦ ਕਰਿਓ। ਵੈਕਟਰ ਪ੍ਰੋਜੈਕਸ਼ਨ, ਸਕੇਲਰ ਪ੍ਰੋਜੈਕਸ਼ਨ ਉਹ ਕੀਤਾ ਆਪਾਂ। ਕ੍ਰਾਸ ਪ੍ਰੋਡਕਟ ਤੋਂ ਆਪਾਂ ਨੂੰ ਪਤਾ ਲੱਗਦਾ ਕਿਸੇ ਇੱਕ a ਵੈਕਟਰ ਤੇ b ਵੈਕਟਰ ਦੇ ਵਿੱਚ ਉਹਨਾਂ ਦੋਨਾਂ ਦੇ ਪਰਪੈਂਡੀਕੂਲਰ ਕੋਈ ਵੈਕਟਰ ਫਾਈਂਡ ਕਰਨਾ, ਤਾਂ ਕਿਵੇਂ ਫਾਈਂਡ ਕਰਦੇ ਆ ਆਪਾਂ? a ਕ੍ਰਾਸ b ਕਰਕੇ। a ਕ੍ਰਾਸ b ਕਿਵੇਂ ਹੁੰਦਾ ਹੈ? a ਕ੍ਰਾਸ b ਤੁਹਾਨੂੰ ਪਤਾ ਹੈ ਇਸ ਤੋਂ ਪਹਿਲਾਂ। ਫਿਰ ਆਪਾਂ a ਕ੍ਰਾਸ b ਤੋਂ ਜੇ ਕੋਈ ਦੋ ਵੈਕਟਰਸ ਗਿਵਨ ਹੋਣ ਜਿਹੜੇ ਕਿ ਕਿਸੇ ਵੀ ਟ੍ਰਾਇੰਗਲ ਦੇ ਜਾਂ ਪੈਰਲਲੋਗ੍ਰਾਮ ਦੇ ਦੋ ਸਾਈਡਸ ਨੂੰ ਰਿਪਰੈਜ਼ੈਂਟ ਕਰਦੇ ਹੋਣ ਸਟਾਰਟਿੰਗ ਫਰਮ ਸੇਮ ਪੁਆਇੰਟ, ਦੈਨ ਆਪਾਂ ਨੂੰ a ਵੈਕਟਰ ਕ੍ਰਾਸ b ਵੈਕਟਰ ਦਾ ਮੈਗਨੀਟਿਊਡ ਕਰਕੇ ਕੀ ਮਿਲਦਾ ਆ? ਏਰੀਆ ਆਫ ਪੈਰਲਲੋਗ੍ਰਾਮ। ਤੇ ਜੇ ਇਹਦਾ ਅੱਗੇ ਹਾਫ ਲਗਾ ਦਈਏ ਤਾਂ ਏਰੀਆ ਆਫ ਟ੍ਰਾਇੰਗਲ। ਟ੍ਰਾਇੰਗਲ ਤੇ ਪੈਰਲਲੋਪਾਈਪਡ ਜੇ ਆਪਾਂ ਹੋਵੇ a b c ਤਾਂ ਉਹਦੇ ਲਈ a ਡਾਟ b ਕ੍ਰਾਸ c ਹੁੰਦਾ ਹੈ। ਤੇ ਉਹ ਕਿਵੇਂ ਕੈਲਕੂਲੇਟ ਕਰਦੇ ਆ ਤੁਹਾਨੂੰ ਮੈਂ ਸਮਝਾਇਆ ਸੀ। a ਦੇ b ਦੇ ਤੇ c ਦੇ ਲਿਖ ਕੇ ਉਹਨਾਂ ਨੂੰ ਇਵੈਲੂਏਟ ਕਿਵੇਂ ਕਰਨਾ ਤੁਹਾਨੂੰ ਪਤਾ ਹੈ। ਤੇ ਆ ਯਾਦ ਰੱਖਿਓ, ਐ ਨਹੀਂ ਹੁੰਦਾ ਕੁਝ ਵੀ i j k 2 1 3 1 7 9 ਐ ਨਹੀਂ ਹੁੰਦਾ ਕੁਝ ਵੀ ਜਿਹੜਾ ਇਸ ਤਰ੍ਹਾਂ ਬਣਾ ਦਿੰਦੇ ਹੋ ਕਈ ਜਗ੍ਹਾ। ਤੇ ਕਈ ਜਣੇ ਕਿ i j ਲਿਖ ਦਿੰਦੇ ਨੇ, k ਲਿਖਦੇ ਹੀ ਨਹੀਂ, ਫਿਰ ਇੱਥੇ 5 1 2 3 ਐ ਕਰਕੇ ਐ ਕਰ ਦਿੰਦੇ ਨੇ। ਇਹ ਤਾਂ ਹੋ ਹੀ ਨਹੀਂ ਸਕਦਾ, ਨਾਲ k ਆਣਾ ਹੀ ਪਏਗਾ, 0 0 ਲਿਖਣਾ ਹੀ ਪਏਗਾ ਤਾਂ ਗੱਲ ਬਣੇਗੀ। ਹਾਂਜੀ ਅਦਿਤੀ। ਸਰ ਜੇ ਆਪਾਂ ਨੇ ਐਂਗਲ ਪ੍ਰੂਵ ਕਰਨਾ ਹੋਵੇ ਕਿ ਇੱਕ ਵੈਕਟਰ ਕ੍ਰਾਸ b ਵੈਕਟਰ ਤੇ b ਵੈਕਟਰ ਕ੍ਰਾਸ a ਵੈਕਟਰ ਵਿੱਚ ਪਾਈ ਹੈ, ਤਾਂ ਸਬਜੈਕਟਿਵਲੀ ਡਾਇਗਰਾਮ ਡਰਾ ਕਰਕੇ ਪ੍ਰੂਵ ਕਰ ਸਕਦੇ ਹਾਂ। ਸਬਜੈਕਟਿਵਲੀ ਡਾਇਗਰਾਮ ਡਰਾ ਕਰਕੇ ਨਹੀਂ ਕਰਨਾ ਚਾਹੀਦਾ ਉਹਨੂੰ, ਕਿਉਂਕਿ ਇਸ ਤਰ੍ਹਾਂ ਨਹੀਂ ਹੋਗਾ। ਜੇ ਤਾਂ ਆਪਾਂ ਫਿਰ ਕਿਵੇਂ ਕਰੀਏ? ਹਾਂ ਖੜ ਜਾਓ ਮੈਂ ਦੱਸਦਾ। ਜਿਵੇਂ ਆਪਾਂ ਇੱਕ ਤਾਂ ਇਹਦੇ ਲਈ ਆ ਵੀ ਕਰ ਸਕਦੇ ਸੀ ਕਿ ਆਪਾਂ ਜਿਵੇਂ a ਕ੍ਰਾਸ b ਤੇ b ਕ੍ਰਾਸ a ਜਿਹੜਾ ਆ ਆਪਾਂ ਉਹਨੂੰ ਇਵੈਲੂਏਟ ਕਰ ਲਈਏ। ਜਿਵੇਂ ਕਹਿੰਦਾ ਮਤਲਬ ਅਗਰ ਸਬਜੈਕਟਿਵ ਦੇ ਵਿੱਚ ਤੁਸੀਂ ਬਹੁਤ ਉਸ ਤਰ੍ਹਾਂ ਪ੍ਰੂਵ ਕਰਨਾ ਹੈ, ਤੁਸੀਂ ਇਹ ਕਰ ਸਕਦੇ ਹੋ ਕਿ ਵੀ a ਵੈਕਟਰ ਨੂੰ ਮੰਨ ਲਈਏ ਆਪਾਂ
A1 I कैप, A2 J कैप, A3 K कैप, क्योंकि जनरल गल सब तो ज़्यादा आई होती है, कभी भी प्लेन च नहीं हो सकती किसी, आप स्पेस जनरल गल आएगा B1 I कैप, B2 J कैप एंड B3 K कैप। तो इतों आप हो सकता कि आप A क्रॉस B वैल्यूएट कर लीए, इतों A क्रॉस B वैल्यूएट कर लीए, तो उतों फिर आप B क्रॉस A वैल्यूएट कर लीए इस तरह ही। हूँ तुहानूं पता A क्रॉस B वैल्यूएट करोगे तो आएगा I J K, आप इन्हां दोनों च एंगल प्रूव कर ये सर अपने आप आ जाएगा नेगेटिव। भी A क्रॉस B ਜਿਹੜਾ ਆ ਵੀ ਉਹ ਨੈਗੇਟਿਵ ਹੈ ਨਾ, ਤਾਂ A क्रॉस B ਇਥੋਂ ਵੈਲਿਊਏਟ ਕਰ ਲਓਗੇ ਤੁਸੀਂ, ਤੇ B क्रॉस A ਵੈਲਿਊਏਟ ਕਰੋਗੇ, ਤੁਸੀਂ ਦੇਖੋਗੇ ਕਿ ਨੈਗੇਟਿਵ ਸਾਈਨ ਕਾਮਨ ਕਰਕੇ ਉਹ यस सर, यस सर, ਆ ਜਾਏਗਾ। ओके सर। ਠੀਕ ਹੈ, ਸੋ ਉੱਥੇ ਫਿਰ ਵੀ ਜਿਵੇਂ ਇਹਦੇ ਚ ਆਪਾਂ ਜੋ ਇੱਕ ਦੂਜੇ ਤੇ ਨੈਗੇਟਿਵ ਆ ਜਾਏਗਾ ਤਾਂ ਉੱਥੋਂ ਹੀ ਸਾਬਿਤ ਹੋ ਜਾਂਦਾ ਕਿ ਉਹ 90 ਡਿਗਰੀ ਐਂਗਲ 'ਚ, ਬਿਕਾਜ਼ ਦੇ ਆਰ ਆਪੋਜ਼ਿਟ ਟੂ ਈਚ ਅਦਰ। ਠੀਕ ਹੈ ਨਾ, ਇੱਥੋਂ ਹੀ ਸਾਬਿਤ ਹੋ ਜਾਂਦਾ। यस सर। ਠੀਕ ਹੈ, ਪਰ ਜੇ ਆਪਾਂ ਨੂੰ ਫਿਰ ਵੀ ਕਰਨਾ ਪਵੇ, ਆਪਾਂ ਕੀ ਕਰਾਂਗੇ ਵੀ A क्रॉस B ਵੈਕਟਰ ਜਿਹੜਾ ਇਹਦਾ ਨਾਮ ਰੱਖਾਂਗੇ C, ਇਹਦਾ ਨਾਮ ਰੱਖ ਦਾਂਗੇ D, ਤੇ ਜਦੋਂ C ਡਾਟ D ਕਰਾਂਗੇ ਹੈ ਨਾ, ਤਾਂ ਇੱਥੋਂ ਆਪਣੇ ਕੋਲ ਦੇਖੋ ਇੱਥੇ ਜੋ ਵੀ ਆਨਸਰ ਆਏਗਾ ਇਹਨੂੰ ਇਹਦੇ ਨਾਲ ਡਾਟ ਕਰਕੇ, ਇਹਦੇ ਨਾਲ ਡਾਟ ਕਰਕੇ, ਇਹਦੇ ਨਾਲ ਡਾਟ ਕਰਕੇ, ਤੇ ਸੇਮ ਹੀ ਨੰਬਰ ਆਣਗੇ ਸਾਰੇ, ਹੈ ਨਾ, ਜੋ ਵੀ ਆਏਗਾ ਇਹ ਵਾਲਾ ਨੰਬਰ I ਦਾ ਕੋਐਫੀਸ਼ੀਐਂਟ ਸੇਮ ਆਏਗਾ J ਦਾ, ਬਸ ਨੈਗੇਟਿਵ ਬਾਰ ਪਿਆ ਰਹੇਗਾ। ਤੇ ਨੀਚੇ ਜਦੋਂ ਇਹਦਾ ਕੋਐਫੀਸ਼ੀਐਂਟ ਲਿਖੋਗੇ C ਦਾ ਕੋਐਫੀਸ਼ੀਐਂਟ, D ਦਾ ਕੋਐਫੀਸ਼ੀਐਂਟ ਉਹ ਕਰੋਗੇ ਤਾਂ ਆ ਕਰਕੇ ਆਪਣਾ ਆ -1 ਆ ਜਾਏਗਾ, ਇਹ ਸਾਰਾ ਕੈਂਸਲ ਕਰਕੇ। यस सर, मतलब 180 एंगल। -1 नहीं आएगा, ਇਹਦਾ ਨਾਮ C ਰੱਖਿਆ ਤਾਂ C यस सर। ਕੋਐਫੀਸ਼ੀਐਂਟ ਨੀਚੇ ਆਏਗਾ, ਕਰ ਕਰਾ ਕੇ ਆਪਣੇ ਕੋਲ ਕਹਿੰਦਾ ਹੁੰਦਾ ਜਿਵੇਂ ਆਪਾਂ ਐਂਗਲ ਨਹੀਂ ਫਾਈਂਡ ਕਰਦੇ ਓਵਰ C ਦਾ MD ਦਾ ਮੈਗਨੀਟਿਊਡ, ਬਸ ਇਹ ਰਹਿਣ ਦੋ, ਇਹ ਰਹਿਣ ਦੋ, ਐਵੇਂ ਲੰਬਾ ਜਿਹਾ ਚੱਲਣਾ ਬਹੁਤ ਜ਼ਿਆਦਾ, ਕੋਈ ਫਾਇਦਾ ਨਹੀਂ ਹੋਣਾ ਇਸਦਾ। ਆਹੀ ਠੀਕ ਆ ਉੱਪਰਲਾ A क्रॉस B। सर आप सीधा लिख सकते हैं भी एक दूसरे ਦੇ 네ਗੇਟਿਵ ਹੈ, मतलब ਉਹਨਾਂ ਚ ਐਂਗਲ 180 ਹੋਏਗਾ। हाँ बस क्योंकि ये बिल्कुल Yes, sir. ये बिल्कुल सेम आना, अंदर वाला सारा सेम आना, यस सर, क्योंकि मैग्नीट्यूड सेम है, कॉमन आना बस। डायरेक्शन अलग है। हाँ, ਤੇ ਇੱਕ ਜਿਹੜਾ ਤੁਸੀਂ ਪ੍ਰੋਜੈਕਟਾਈਲ ਕਰਨਾ ਹੈ ਬਹੁਤ ਜ਼ਰੂਰੀ ਹੈ ਕਿ ਕਿਵੇਂ ਲਿਖਣਾ ਹੈ, ਕਿਉਂਕਿ ਉਹ ਪੇਪਰ 'ਚ ਵੀ ਪੱਕਾ ਹੀ ਹੈ। ਪੇਪਰ 'ਚ ਦੇਖੋ 2-3 ਚੀਜ਼ਾਂ ਪੱਕੀਆਂ ਹੀ ਹੁੰਦੀਆਂ ਨੇ ਜਿਹੜੀਆਂ ਆਣੀਆਂ, ਇੱਕ ਤਾਂ ਪੈਰਲਲੋਗ੍ਰਾਮ ਲਾ ਕਾਫੀ ਹੱਦ ਤੱਕ ਸ਼ੋਰ ਆ ਵੀ ਆਏਗਾ, ਦੋ ਵੈਕਟਰਸ ਵਿੱਚ ਐਂਗਲ ਪਤਾ ਕਰਨਾ ਸ਼ੋਰਲੀ ਆਏਗਾ, ਤੇ ਕੋਈ ਦੋ ਵੈਕਟਰਸ ਦੇ ਵਿੱਚ ਜੇ ਐਂਗਲ ਗਿਵਨ ਹੋਵੇ 90 ਡਿਗਰੀ ਜਾਂ ਪੈਰਲਲ ਗਿਵਨ ਹੋਣ ਤਾਂ ਉਹ K ਫਾਈਂਡ ਕਰਨਾ, ਵਿੱਚ K ਫਸਿਆ ਹੁੰਦਾ ਨਾ ਇੱਕ, ਉਹ ਵੀ ਜ਼ਰੂਰ ਆਏਗਾ। ਕੋਈ ਦੋ ਵੈਕਟਰਸ ਦੇ ਪਰਪੈਂਡੀਕੂਲਰ ਕੋਈ ਤੀਸਰਾ ਵੈਕਟਰ ਫਾਈਂਡ ਕਰਨਾ, ਦੋਨਾਂ ਦੇ ਪਰਪੈਂਡੀਕੂਲਰ ਜਿਹਨੂੰ A क्रॉस B ਕਰਕੇ ਯੂਨਿਟ ਵੈਕਟਰ ਫਾਈਂਡ ਕਰਨਾ ਹੈ ਕਿਸੇ ਗਿਵਨ ਮੈਗਨੀਟਿਊਡ ਦਾ, ਇਹ ਵੀ ਪੱਕਾ ਆਏਗਾ। ਇਸ ਤਰ੍ਹਾਂ ਦਾ ਇਹ ਸ਼ੋਰ ਰਹਿੰਦਾ ਹੈ। ਉਸ ਤੋਂ ਬਾਅਦ ਜਿਹੜੀ ਚੀਜ਼ ਪੱਕਾ ਆਏਗੀ ਉਹ ਹੈ ਪ੍ਰੋਜੈਕਟਾਈਲ ਮੋਸ਼ਨ, ਸ਼ੋਰਲੀ। प्रोजेक्टाइल मोशन बारे में ਤੁਹਾਨੂੰ जो आर्टिकल में कहना ਤੇ ਕਲਾਸ ਵੀ ਲਿਖੇ ਸੀ, ਇੱਥੇ ਪ੍ਰੋਪਰ ਲਿਖੇ ਸੀ, ਉਹ ਮੋਸ਼ਨ ਨੂੰ ਜਿਵੇਂ ਕੰਸੀਡਰ ਕਰਦੇ ਸਾਰੀ ਗੱਲ ਜਿਹੜੀ ਆਪਾਂ ਕੰਸੀਡਰ ਕਰਦੇ ਨਾਲ ਨਾਲ ਜ਼ਰੂਰ ਦੱਸਦੇ ਹਾਂ ਕਿ ਕਿਵੇਂ ਕਿਵੇਂ ਆਪਾਂ ਕੀ ਲਿਆ ਵਾ। ਤੇ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਆਪਾਂ ਮੋਸ਼ਨ ਨੂੰ ਐ ਕਰ ਦੇਣਾ O to A, ਹੈ ਨਾ, ਜੇ ਇੱਥੇ ਆਪਾਂ ਕਹਿੰਦੇ ਨਾ ਕੰਸੀਡਰਿੰਗ ਮੋਸ਼ਨ ਫਰਮ O to A, ਫਿਰ ਆਪਾਂ ਇੱਥੇ ਲਿਖਾਂਗੇ ਇਨੀਸ਼ੀਅਲ ਵੈਲੋਸਿਟੀ ਇਜ਼ ਇਕੁਅਲ ਟੂ ਦਿਸ ਮਚ, ਨਾ ਕਿ U ਲਿਖਣਾ ਹੈ, U ਨਹੀਂ ਲਿਖਣਾ। ਤੇ ਫਾਈਨਲ ਵੈਲੋਸਿਟੀ ਪੂਰਾ ਸ਼ਬਦ ਲਿਖ ਕੇ ਲਿਖਣਾ ਇਨੀ ਫਾਈਨਲ ਵੈਲੋਸਿਟੀ, फिर एक्सेलरेशन एनी, आ सारा कुछ करके फिर उस तो बाद आप इत्थे लिखांगे यूजिंग फार्मूला, मान लो इस तरह का कुछ भी यूज करना जो भी इज इक्वल टू दिस, ते एनु आप हमेशा इस तरह बॉक्स च पा देना ताकि ये सिंबल्स दा मीनिंग यूजुअल होवे, ते बस इत्थे डायरेक्टली पुट करो, फिर इनु इना जो इना वैल्यूज पुट करोगे तो सीधा ही इक्वेशन लिख दोगे जो इथों बनेगी, उन्हें यूज कर। हां जी योगेश सर ਇੱਥੇ u cos थीटा ਕਿਉਂ ਨਹੀਂ ਲਿਆ ਸੀ, ਇੱਕ ਵਾਰੀ ਦੱਸਿਓ। कित्थे u cos थीटा, मतलब ਜਦੋਂ ਆਪਾਂ ਸਰ ਡੈਰੀਵੇਸ਼ਨ ਅੱਗੇ ਪ੍ਰੂਫ ਕਰਨੀ ਉਹਦੇ ਚ ਆਪਾਂ u cos ਥੀਟਾ ਨਹੀਂ ਲਿਆ ਸੀਗਾ, u cos थीटा नहीं लिया सीगा ਟਾਈਮ ਆਫ ਫਲਾਈਟ ਤੇ। हां तो u cos थीटा क्यों लवांगे, u cos थीटा किधर ਨੂੰ ਆ ਦੱਸ। ਸਰ ਹੌਰੀਜ਼ੌਂਟਲੀ, ਹੌਰੀਜ਼ੌਂਟਲ ਆ ਤਾਂ ਫੇ ਪਾਰਟੀਕਲ ਤਾਂ ਤੂੰ ਇੱਥੋਂ ਇੱਥੇ ਤੱਕ ਮੈਕਸਿਮਮ ਹਾਈਟ ਤੇ ਲੈ ਜਾ ਰਿਹਾ ਵਾ, ਤੇ ਇਸ ਜਗ੍ਹਾ ਜਾ ਕੇ ਜਿਹੜਾ ਤੇਰੀ ਵਰਟੀਕਲ ਵੈਲੋਸਿਟੀ ਆ ਉਹ ਜ਼ੀਰੋ ਹੋ ਜਾਂਦੀ ਹੈ, ਇੱਥੇ ਵਰਟੀਕਲ ਵੈਲੋਸਿਟੀ ਰਹਿੰਦੀ ਹੈ, ਤਾਂ ਬੇਸਿਕਲੀ ਤੇਰੀ ਐਕਸਲਰੇਸ਼ਨ ਜਿਹੜੀ ਐਕਟ ਕਰ ਰਹੀ ਹੈ ਨੀਚੇ ਨੂੰ g, ਜਿਹਦੇ ਕਰਕੇ ਤੇਰਾ ਵੈਲੋਸਿਟੀ ਜਿਹੜੀ ਆ ਜ਼ੀਰੋ ਹੋ ਗਈ ਇੱਥੇ ਆ ਕੇ, ਤਾਂ ਟਾਈਮ t/2 ਲੈ ਲਿਆ, ਤਾਂ ਤੂੰ ਇੱਥੇ u cos ਥੀਟਾ ਦਾ ਕੀ ਕਰੇਗਾ, ਕਿਉਂ ਲਏਗਾ u cos ਥੀਟਾ ਦੇ, ਆ u cos ਓਕੇ ਸਰ, ਕੀ ਰੋਲ ਹੈ ਇਹ ਤਾਂ ਇੰਨੀ ਰਹੀ ਹਲੇ ਵੀ, ਇਹ ਤਾਂ ਯੂਨੀਫਾਰਮ ਮੋਸ਼ਨ ਚੱਲ ਰਿਹਾ ਵਾ ਨਾ, ਤੁਹਾਨੂੰ ਰੇਂਜ ਪਤਾ ਹੈ, ਓਕੇ ਸਰ। ਇਸ ਲਈ u sin ਥੀਟਾ ਹੀ ਹੁੰਦੀ ਹੈ ਨਾ ਵਰਟੀਕਲ ਮੋਸ਼ਨ ਲਈ, ਤੇ ਅਲੱਗ-ਅਲੱਗ ਕੰਸੀਡਰ ਕੀਤਾ ਸੀ ਆਪਾਂ ਇਹਨਾਂ ਨੂੰ। ਤੇ ਇੱਕ ਇਹ ਜਿਵੇਂ ਦੱਸਿਆ ਵੈਲੋਸਿਟੀ ਐਟ ਐਨੀ ਟਾਈਮ ਐਂਡ ਆਲ ਦੈਟ, ਸੋ ਉਹ ਚੀਜ਼ਾਂ ਜੋ ਸੀਗੀਆਂ ਇੱਕ ਤਾਂ ਉਹ ਕਰਨੀਆਂ ਨੇ। ਉਸ ਤੋਂ ਬਾਅਦ ਲਾਜ਼ ਆਫ ਮੋਸ਼ਨ ਦੇ ਵਿੱਚੋਂ ਤਾਂ ਦੇਖੋ ਕੁਝ ਵੀ ਨਾ ਛੱਡਿਓ, ਲਾਜ਼ ਆਫ ਮੋਸ਼ਨ ਦੇ ਵਿੱਚੋਂ ਆਪਣੇ ਕੋਲ ਜਿਹੜਾ ਫੋਰਸ ਹੈਗਾ ਜਿਹੜਾ ਮੈਂ ਕਰਵਾਇਆ ਤੁਹਾਨੂੰ,
ਇਹਦਾ ਇੰਪੋਰਟੈਂਟ ਹੈਗਾ, ਸਾਰਾ ਲਗਭਗ ਆਪਣਾ ਡਿਸਕਸ ਹੋ ਗਿਆ ਹੈ ਲਗਭਗ। ਅੱਜ ਆਪਾਂ ਕਿਉਂਕਿ ਕਨੈਕਟਡ ਮੋਸ਼ਨ ਤੇ ਵੀ ਅੱਜ ਜਾਂ ਸੌਰੀ ਜੋ ਪ੍ਰੋਬਲਮ ਲੈ ਲਈਆਂ ਸੀ ਕੱਲ, ਉਹਦੇ ਕਰਕੇ ਆਪਣਾ ਇਹ ਡਿਸਕਸ ਹੋ ਗਿਆ ਸੀ। ਇਸ ਤੋਂ ਬਾਅਦ ਇੱਕ ਟੌਪਿਕ ਜੋ ਤੁਹਾਡਾ ਰਹਿ ਗਿਆ, ਜਿਹੜਾ ਕਿ ਪੇਪਰ 'ਚ ਆ ਸਕਦਾ ਕਿ ਉਹ ਆਊਗਾ ਹੀ, ਉਹ ਹੈਗਾ ਫ੍ਰਿਕਸ਼ਨ। ਸੋ ਤੁਹਾਡੇ ਵਿੱਚੋਂ ਜਿਹੜਾ ਕੋਈ ਬੱਚਾ ਫ੍ਰਿਕਸ਼ਨ ਪੜ੍ਹਨਾ ਚਾਹੁੰਦਾ ਹੈ, ਉਹ ਯਾਦ ਰੱਖਿਓ, ਉਹ ਫ੍ਰਿਕਸ਼ਨ ਹੁਣ ਤੋਂ ਲੈ ਕੇ, ਜਿਵੇਂ ਹੁਣ ਮੈਂ ਕਲਾਸ ਜਦੋਂ ਛੱਡੂਗਾ ਤੇ 8 ਵਜੇ ਤੱਕ ਪੜ੍ਹ ਲਵੇ। 8 ਵਜੇ ਤੋਂ ਬਾਅਦ ਫ੍ਰਿਕਸ਼ਨ ਨਹੀਂ ਪੜ੍ਹਨਾ ਕਿਸੇ ਨੇ। ਬਸ ਫ੍ਰਿਕਸ਼ਨ ਤੁਸੀਂ 8 ਵਜੇ ਤੋਂ ਪਹਿਲਾਂ ਜੇ ਪੜ੍ਹਨਾ ਚਾਹੁੰਦਾ ਹੈ ਕੋਈ ਤਾਂ ਪੜ੍ਹ ਲਵੇ, ਪਰ ਉਹ ਵੀ ਤਾਂ ਪੜ੍ਹੇ ਜੇ ਹੁਣ ਤੱਕ ਦਾ ਫੋਰਸ ਤੱਕ ਦਾ ਸਾਰਾ ਕੰਮ ਲਿਖਿਆ ਹੋਇਆ ਤੁਹਾਡੇ ਕੋਲ ਪਿਆ ਆ ਕਿ ਹਾਂ ਮੈਂ ਰਿਵੀਜ਼ਨ ਬਹੁਤ ਫਾਸਟ ਕਰ ਲੈਣੀ ਹੈ। ਤਾਂ ਨਹੀਂ ਤਾਂ ਆਪਣਾ ਚੁੱਪ ਕਰਕੇ ਜਿੰਨਾ ਕਰਵਾਇਆ, ਜਿੰਨਾ ਵਧੀਆ ਹੁਣ ਤੱਕ ਹੋਇਆ ਹੈ, ਉਹ ਸਾਰਾ ਰਿਵੀਜ਼ਨ ਕਰੋ। ਸਾਰੇ ਪਿਛਲੇ ਸਬਜੈਕਟਿਵ ਟੈਸਟ ਰਿਵੀਜ਼ਨ ਕਰੋ। ਜਿੰਨੇ ਵੀ ਸਬਜੈਕਟਿਵ ਟੈਸਟ ਹੋਏ ਨੇ, 3 ਹੋਏ ਨੇ, ਆਪਾਂ ਉਹਨਾਂ ਤਿੰਨਾਂ ਦੇ ਸਾਰਾ ਲਿਖ ਕੇ ਚੰਗੀ ਤਰ੍ਹਾਂ ਦੇਖੋ। ਉਹਦੇ ਬਾਰੇ ਜੇ ਤੁਹਾਡੇ ਕੋਲ ਆਈਡੀਅਲ ਆਨਸਰਸ ਦੀ ਕੋਈ ਉਹ ਜ਼ਰੂਰਤ ਹੈਗੀ ਹੈ ਤਾਂ ਗਰੁੱਪ 'ਚ ਪੁੱਛੋ, ਠੀਕ ਹੈ। ਐਂਡ ਅਦਿਤੀ ਤੇਰੇ ਤਿੰਨੋਂ ਪੇਪਰ ਜਿਹੜੇ ਤੇਰੇ ਕੋਲ ਹੋਣਗੇ ਫੋਨ 'ਚ, ਮੈਨੂੰ ਫੋਨ 'ਚ ਭੇਜੀ। WhatsApp ਆ ਵਾਲਾ ਤਾਂ ਹੈਗਾ 3, 1 and 2 ਵੀ ਭੇਜ ਦੀ ਮੈਨੂੰ ਇੱਕ ਵਾਰ। ਓਕੇ ਸਰ, ਠੀਕ ਹੈ। ਉਹ ਸਾਰੇ ਜਿਹੜੇ ਦੇਖ ਲਓ ਇੱਕ ਵਾਰ ਕਿ ਕਿਸ ਤਰ੍ਹਾਂ ਆਨਸਰ ਕਰਨੇ ਸੀ, ਤੁਹਾਡੇ ਨੰਬਰ ਕਿੱਥੇ ਕੱਟੇ ਗਏ ਹੋਣੇ ਚਾਹੀਦੇ, ਤਾਂ ਉਹਨੂੰ ਪਤਾ ਲੱਗ ਜਾਣਗੇ ਤੁਹਾਨੂੰ। ਸੋ ਇੱਕ ਆਈਡੀਆ ਹੋ ਜਾਏਗਾ। ਫ੍ਰਿਕਸ਼ਨ ਦੇ ਬਾਰੇ ਕੀ ਹੈ, ਫ੍ਰਿਕਸ਼ਨ ਦੇ ਬਾਰੇ ਬਹੁਤ ਸ਼ਾਰਟ ਦੇ ਵਿੱਚ ਕਹਾਣੀ ਦੱਸਦਾ ਤੁਹਾਨੂੰ ਮੈਂ, ਆਹੀ 32 ਮਿੰਟ ਦੇ ਵਿੱਚ, ਜਿਹੜੇ 32 ਮਿੰਟ ਆਪਣੇ ਕੋਲ ਹੈਗੇ ਨੇ 5 ਵਜੇ ਤੋਂ ਪਹਿਲਾਂ। ਜਿਹਨੂੰ ਇਹ ਕਹਾਣੀ ਯਾਦ ਰਹਿ ਗਈ, ਜਿਹਨੂੰ ਇਹ ਕਹਾਣੀ ਬਾਰੇ ਕਾਫੀ ਕੁਝ ਪਤਾ ਯਾਦ ਲੱਗ ਗਿਆ, ਉਹ ਕੁਛ ਨਾ ਕੁਛ ਜ਼ਰੂਰ ਕਰ ਲੂਗਾ ਬੁੱਕ ਚੋਂ ਪੜ੍ਹ ਕੇ ਵੀ 8 ਵਜੇ ਤੱਕ ਤੇ ਉਸ ਤੋਂ ਬਾਅਦ ਵੀ। ਸੋ ਮੈਂ ਸਿਰਫ ਫ੍ਰਿਕਸ਼ਨ ਬਾਰੇ ਇੱਕ ਬਹੁਤ ਸ਼ਾਰਟ ਸਟੋਰੀ ਦੱਸੂਗਾ। ਪਹਿਲੀ ਗੱਲ ਤਾਂ ਸਟੋਰੀ ਮੀਨਸ ਕਿ ਮਤਲਬ ਮੈਂ ਇੱਕ ਉਹੀ ਸਾਰੀ ਗੱਲਾਂ ਦੱਸੂਗਾ ਤਰਤੀਬ ਦੇ ਵਿੱਚ। ਹੋਰ ਤੁਸੀਂ ਉਹ 'ਚ ਕਾਂ ਜਾਂ ਫਿਰ ਬਿੱਛੂ ਲੱਭਣ ਲੱਗ ਜਾਓ, ਇੱਕ ਕਾਂ ਹੁੰਦਾ ਸੀ ਜਾਂ ਇੱਕ ਕੁੱਤਾ ਹੁੰਦਾ ਸੀ, ਇਹਦਾ ਕੁਝ ਨਹੀਂ। ਫ੍ਰਿਕਸ਼ਨ ਕੀ ਹੈ? ਫ੍ਰਿਕਸ਼ਨ ਤੁਹਾਡੇ ਲਈ ਇੱਕ ਨਵਾਂ ਫੋਰਸ ਨਹੀਂ ਹੈ। ਫ੍ਰਿਕਸ਼ਨ ਤੁਹਾਨੂੰ ਪਤਾ ਹੈ ਜਿਹਦੇ ਕਰਕੇ ਸਾਰੀ ਚੀਜ਼ਾਂ ਰੁਕ ਜਾਂਦੀਆਂ ਨੇ। ਮਤਲਬ ਇਹ ਹੈ ਫ੍ਰਿਕਸ਼ਨਲੈਸ ਤੇ ਵੇਟਲੈਸ ਪੁਲੀ ਦੀ ਜੋ ਗੱਲ ਆਪਾਂ ਹੁਣੀ ਕਰਦੇ ਸੀ, ਬੇਸਿਕਲੀ ਇਹਦਾ ਤਾਂ ਕੁਝ ਹੁੰਦਾ ਹੀ ਨਹੀਂ ਹੈ। ਫ੍ਰਿਕਸ਼ਨ ਦੇ ਬਿਨਾਂ ਤਾਂ ਪੋਸੀਬਲ ਨਹੀਂ ਹੈ ਕੋਈ ਵੀ ਚੀਜ਼। ਸੋ ਬੇਸਿਕਲੀ ਅਸਲ ਵਿੱਚ ਜਿਹੜਾ ਰੀਅਲ ਮੋਸ਼ਨ ਹੁੰਦਾ ਉਹ 'ਚ ਫ੍ਰਿਕਸ਼ਨ ਹੁੰਦਾ ਹੀ ਹੈ। ਸੋ ਉਹਦੇ ਲਈ ਕੋਈ ਵੀ ਅਗਰ ਤੁਸੀਂ ਕੋਈ ਵੀ ਅਗਰ ਸਰਫੇਸ ਲੈਂਦੇ ਹੋ, ਉਸ ਸਰਫੇਸ ਦੇ ਉੱਪਰ ਕਿਸੇ ਵੀ ਆਬਜੈਕਟ ਨੂੰ ਜੇ ਤੁਸੀਂ ਮੂਵ ਕਰਦੇ ਹੋ ਇੱਥੋਂ, ਜਿਵੇਂ ਆਹ ਆਬਜੈਕਟ ਹੈ, ਤੇ ਜਦੋਂ ਇਹ ਆਬਜੈਕਟ ਨੂੰ ਤੁਸੀਂ ਇੱਧਰ ਨੂੰ ਮੂਵ ਕਰਨ ਦੀ ਕੋਸ਼ਿਸ਼ ਕਰਦੇ ਹੋ ਫੋਰਸ ਲਗਾ ਕੇ, ਤਾਂ ਉਸ ਫੋਰਸ ਦੇ ਕਰਕੇ ਉਹ ਸਿੱਧਾ ਹੀ ਮੂਵ ਨਹੀਂ ਕਰਨ ਲੱਗ ਜਾਂਦਾ, ਬਲਕਿ ਪਹਿਲਾਂ ਉਹ ਰੈਜ਼ਿਸਟ ਕਰਦਾ ਹੈ, ਤੁਹਾਨੂੰ ਪਤਾ ਹੈ। ਤੇ ਉਹਦੇ ਕਰਕੇ ਇਸ ਸਰਫੇਸ ਤੇ ਨੀਚੇ ਵਾਲੇ ਸਰਫੇਸ ਦੇ ਇਹਨਾਂ ਦੇ ਜਿੱਥੇ ਇਹਨਾਂ ਦਾ ਆਪਸ 'ਚ ਸਰਫੇਸਿਸ ਮਿਲ ਰਹੇ ਨੇ ਐਟ ਦਾ ਕੰਟੈਕਟ ਸਰਫੇਸ, ਇੱਥੇ ਇੱਕ ਫੋਰਸ ਲੱਗਦਾ ਹੈ ਜੋ ਪਿੱਛੇ ਨੂੰ ਲੱਗਦਾ ਹੈ, ਉਸਨੂੰ ਬੋਲਦੇ ਆ ਫ੍ਰਿਕਸ਼ਨ। ਸਮਾਲ ਐਫ ਨਾਲ ਡਿਨੋਟ ਕਰਦਾ ਮੈਨੂੰ। ਤੇ ਉਹ ਜਿਹੜਾ ਅੱਗੇ ਐਫ ਲਗਾਇਆ ਉਹ ਹੈਗਾ ਉਹ ਅਪਲਾਈਡ ਫੋਰਸ ਆ, ਜਿਹੜਾ ਉਸ ਬੋਡੀ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ, ਫ੍ਰਿਕਸ਼ਨ ਉਹਨੂੰ ਰੋਕ ਰਿਹਾ। ਤੇ ਤੁਹਾਨੂੰ ਪਤਾ ਹੈ ਕਿ ਕੋਈ ਵੀ ਆਬਜੈਕਟ ਨੂੰ ਜੇ ਤੁਸੀਂ ਕੋਈ ਫੋਰਸ ਲਗਾਉਂਦੇ ਹੋ ਤਾਂ ਉਹਦੇ ਨਾਲ ਸ਼ੁਰੂ ਵਿੱਚ ਉਹ ਬੋਡੀ ਰੈਜ਼ਿਸਟ ਕਰਦੀ ਹੈ, ਯਾਨੀ ਇਮੋਸ਼ਨ ਨੂੰ, ਯਾਨੀ ਮੂਵ ਨਹੀਂ ਕਰਦੀ। ਮੂਵ ਕਿਉਂ ਨਹੀਂ ਕਰਦੀ? ਕਿਉਂਕਿ ਫ੍ਰਿਕਸ਼ਨ ਲੱਗ ਰਿਹਾ ਹੁੰਦਾ ਹੈ। ਪਰ ਜੇ ਤੁਸੀਂ ਆਹ ਵਾਲਾ ਐਫ ਵਧਾਈ ਜਾਓ, ਆ ਜਿਹੜਾ ਫੋਰਸ ਹੈ ਇਸ ਫੋਰਸ ਨੂੰ ਇਨਕਰੀਜ਼ ਕਰੀ ਜਾਓ, ਤਾਂ ਇੱਕ ਟਾਈਮ ਇਦਾਂ ਦਾ ਆਉਂਦਾ ਕਿ ਆ ਜਿਹੜਾ ਫ੍ਰਿਕਸ਼ਨ ਹੈ ਇਹ ਉਹਨੂੰ ਓਵਰਕਮ ਕਰ ਜਾਂਦਾ ਹੈ, ਸੌਰੀ ਆ ਜਿਹੜਾ ਫੋਰਸ ਹੈ ਇਸ ਫ੍ਰਿਕਸ਼ਨ ਨੂੰ ਓਵਰਕਮ ਕਰ ਜਾਂਦਾ ਤੇ ਬੋਡੀ ਤੁਰ ਪੈਂਦੀ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਇੰਪੋਰਟੈਂਟ ਜਿਹੜੀ ਸਮਝਣੀ ਚਾਹੀਦੀ ਹੈ ਫ੍ਰਿਕਸ਼ਨ ਦੇ ਬਾਰੇ, ਉਹ ਇਹ ਹੈ ਕਿ ਫ੍ਰਿਕਸ਼ਨ ਇੱਕ ਸੈਲਫ ਐਡਜਸਟਿੰਗ ਫੋਰਸ ਹੁੰਦਾ ਹੈ। ਫ੍ਰਿਕਸ਼ਨ ਇੱਕ ਸੈਲਫ ਐਡਜਸਟਿੰਗ ਫੋਰਸ ਹੁੰਦਾ ਹੈ, ਇਹ ਆਪਣੇ ਆਪ ਨੂੰ ਐਡਜਸਟ ਕਰਦਾ ਹੈ। ਯਾਨੀ ਕਿ ਫ੍ਰਿਕਸ਼ਨ ਦੀ ਕੋਈ ਜਿਹੜੀ ਲੱਗ ਰਹੀ ਹੋਈ ਜਿਹੜੀ ਹੁੰਦੀ ਹੈ ਅਮਾਊਂਟ, ਉਹ ਕਈ ਫਿਕਸ ਨਹੀਂ ਹੁੰਦੀ, ਬਲਕਿ ਉਹ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਫੋਰਸ ਲਗਾਇਆ। ਹੁਣ ਇਸ ਗੱਲ ਨੂੰ ਬਹੁਤ ਧਿਆਨ ਨਾਲ ਸਮਝੋ। ਸਭ ਤੋਂ ਪਹਿਲਾਂ ਮੈਂ ਇਸ ਬੋਡੀ ਨੂੰ ਮੂਵ ਕਰਨਾ ਚਾਹੁੰਦਾ ਸੀ, ਜਦੋਂ ਮੈਂ ਬੋਡੀ ਨੂੰ ਮੂਵ ਕਰਨਾ ਚਾਹੁੰਦਾ ਸੀ ਮੈਂ ਇਸ ਦੇ ਉੱਪਰ ਫੋਰਸ ਲਗਾਇਆ, ਮੰਨ ਲਓ ਇੰਨੇ ਫੋਰਸ ਲਗਾਉਣ ਤੋਂ ਬਾਅਦ ਇਹ ਬੋਡੀ ਮੂਵ ਨਹੀਂ ਕੀਤੀ। ਕਿਉਂ ਨਹੀਂ ਮੂਵ ਕੀਤੀ? ਕਿਉਂਕਿ ਜਿੰਨਾ ਮੈਂ ਫੋਰਸ ਲਗਾਇਆ ਬਿਲਕੁਲ ਉਨਾ ਹੀ ਪਿੱਛੇ ਨੂੰ ਫ੍ਰਿਕਸ਼ਨ ਲੱਗ ਗਿਆ। ਇਹ ਫ੍ਰਿਕਸ਼ਨ ਤੇ ਆ ਫੋਰਸ ਦੋਨੋਂ ਇੱਕ ਦੂਜੇ ਨੂੰ ਕੈਂਸਲ ਕਰ ਗਏ ਤੇ ਬੋਡੀ ਉੱਥੇ ਰੁਕ ਗਈ ਤੇ ਮੈਂ ਛੱਡਤਾ। ਫਿਰ ਮੰਨ ਲਓ ਮੈਂ ਫੋਰਸ ਜਿਹੜਾ ਵਧਾਤਾ, ਜਦੋਂ ਮੈਂ ਫੋਰਸ ਵਧਾਤਾ ਤਾਂ ਫੋਰਸ ਮੈਂ ਜ਼ਿਆਦਾ ਲਗਾਇਆ। ਜਦੋਂ ਮੈਂ ਫੋਰਸ ਜ਼ਿਆਦਾ ਲਗਾਇਆ ਤਾਂ ਉਹਦੇ ਕਰਕੇ ਜਿਹੜਾ ਫ੍ਰਿਕਸ਼ਨ ਹੈ, ਫ੍ਰਿਕਸ਼ਨ ਦਾ ਅਮਾਊਂਟ ਵੀ ਵੱਧ ਗਿਆ, ਉਨਾ ਜ਼ਿਆਦਾ ਵੱਧ ਗਿਆ। ਫ੍ਰਿਕਸ਼ਨ ਨੇ ਐਡਜਸਟ ਕਰ ਲਿਆ ਆਪਣੇ ਆਪ ਨੂੰ, ਅਪਲਾਈਡ ਫੋਰਸ ਦੇ ਬਰਾਬਰ ਕਰ ਲਿਆ, ਬੋਡੀ ਫੇਰ ਨਹੀਂ ਮੂਵ ਕੀਤੀ।
ਸੋ ਬਾਡੀ ਫਿਰ ਰੈਸਟ ਵਿੱਚ ਹੀ ਹੈ। ਫਿਰ ਮੈਂ ਇਸ ਤਰ੍ਹਾਂ ਕਰਦੇ ਕਰਦੇ ਆਪਣਾ ਜਿਹੜਾ ਫੋਰਸ ਹੈ ਉਹਨੂੰ ਹੋਰ ਵਧਾਇਆ, ਤੇ ਹੋਰ ਵਧਾਉਣ ਤੋਂ ਬਾਅਦ ਦੇਖਿਆ ਕਿ ਬਾਡੀ ਫੇਰ ਨਹੀਂ ਮੂਵ ਕੀਤੀ ਤੇ ਫ੍ਰਿਕਸ਼ਨ ਫੇਰ ਆ ਗਿਆ। ਸੋ ਇਸ ਤਰ੍ਹਾਂ ਮੰਨ ਲਓ ਮੈਕਸਿਮਮ ਇੱਥੇ ਤੱਕ ਬਾਡੀ ਸਟਾਪ ਸੀਗੀ। ਹੁਣ ਜਦੋਂ ਮੈਂ ਫੋਰਸ ਨੂੰ ਇਸ ਤੋਂ ਬਾਅਦ ਥੋੜਾ ਜਿਹਾ ਵੀ ਹੋਰ ਵਧਾਇਆ, ਇਸ ਤੋਂ ਮੈਂ ਇੱਕ 20 ਪੁਆਇੰਟ ਥੋੜਾ ਜਿਹਾ ਵੀ ਅੱਗੇ ਗਿਆ, ਤਾਂ ਬਾਡੀ ਸਟਾਰਟਸ ਜਸਟ ਮੂਵਿੰਗ। ਇਹਦਾ ਮਤਲਬ ਹੁਣ ਇਹਦੇ ਬਰਾਬਰ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਆਹੀ ਹੈ ਜਿੰਨੀ ਕਿ ਫ੍ਰਿਕਸ਼ਨ ਇਹਨਾਂ 'ਚ ਜਨਰੇਟ ਹੋ ਸਕਦੀ ਸੀ। ਹੁਣ ਇਸ ਤੋਂ ਉੱਪਰ ਫ੍ਰਿਕਸ਼ਨ ਨਹੀਂ ਜਾ ਰਿਹਾ, ਇਹ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਹੈ। ਤੇ ਇਸ ਨੂੰ ਜਿਹੜਾ ਫ੍ਰਿਕਸ਼ਨ ਲੱਗ ਰਿਹਾ ਸੀ ਬਾਰ-ਬਾਰ ਬਾਡੀ ਦੇ ਮੋਸ਼ਨ 'ਚ ਆਉਣ ਤੋਂ ਪਹਿਲਾਂ, ਉਸ ਨੂੰ ਬੋਲਦੇ ਆ ਸਟੈਟਿਕ ਫ੍ਰਿਕਸ਼ਨ। ਸਟੈਟਿਕ ਫ੍ਰਿਕਸ਼ਨ। ਸੋ ਸਟੈਟਿਕ ਫ੍ਰਿਕਸ਼ਨ ਜਿਹੜਾ ਹੁੰਦਾ ਉਹੀ ਇੱਕ ਸੈਲਫ ਐਡਜਸਟਿੰਗ ਫੋਰਸ ਹੁੰਦਾ ਹੈ। ਪਰ ਸਟੈਟਿਕ ਫ੍ਰਿਕਸ਼ਨ ਦੀ ਜਿਹੜੀ ਮਾਤਰਾ ਹੁੰਦੀ ਹੈ ਕਿੰਨਾ ਲੱਗੇਗਾ, ਇਹ ਡਿਪੈਂਡ ਕਰਦਾ ਹੈ ਅਪਲਾਈਡ ਫੋਰਸ ਤੇ। ਅਪਲਾਈਡ ਥੋੜਾ ਲਾਇਆ ਤੁਸੀਂ, ਮੰਨ ਲਓ ਫॉर ਐਗਜ਼ਾਮਪਲ ਤੁਸੀਂ ਬਾਕਸ ਨੂੰ ਰੋਟੇਟ ਕਰਨਾ ਹੈ ਜਾਂ ਸੌਰੀ ਮੂਵ ਕਰਨਾ ਹੈ ਕਿਸੇ ਸਰਫੇਸ ਤੇ ਤੁਹਾਡੇ ਤੋਂ ਨਹੀਂ ਹੋ ਰਿਹਾ, 2 ਬੰਦੇ ਲੱਗੇ, ਫਿਰ ਨਹੀਂ ਹੋ ਰਿਹਾ, ਫਿਰ 3 ਬੰਦੇ ਲੱਗ ਨਹੀਂ ਹੋ ਰਿਹਾ। ਮਤਲਬ ਕਿਉਂ ਨਹੀਂ ਲਾ ਪਾ ਰਹੇ? ਕਿਉਂਕਿ ਉਹਦੇ ਚ ਫ੍ਰਿਕਸ਼ਨ ਇੰਨਾ ਜ਼ਿਆਦਾ ਹੋ ਜਾਂਦਾ ਜਨਰੇਟ ਕਿ ਜਿੰਨਾ ਵੀ ਫੋਰਸ 3 ਬੰਦੇ ਮਿਲ ਕੇ ਲਗਾਉਂਦੇ ਆ ਨਾਲ ਹੀ ਉਹ ਸੈਲਫ ਐਡਜਸਟ ਕਰ ਲੈਂਦਾ, ਉਹਨਾਂ ਫ੍ਰਿਕਸ਼ਨ ਜਨਰੇਟ ਕਰ ਦਿੰਦਾ ਹੈ। ਤੇ ਫ੍ਰਿਕਸ਼ਨ ਅਪਲਾਈਡ ਫੋਰਸ ਦੇ ਬਿਲਕੁਲ ਬਰਾਬਰ ਹੁੰਦਾ ਹੈ। ਪਰ ਜਦੋਂ ਅਪਲਾਈਡ ਫੋਰਸ ਵਧਾਉਂਦੇ ਰਹੋਗੇ ਤਾਂ ਇੱਕ ਮੋਮੈਂਟ ਆਏਗਾ ਜਦੋਂ ਫ੍ਰਿਕਸ਼ਨ ਦੀ ਸਭ ਤੋਂ ਮੈਕਸਿਮਮ ਵੈਲਿਊ ਨੂੰ ਵੀ ਉਹ ਪਾਰ ਕਰ ਜਾਂਦਾ ਹੈ। ਤੇ ਸਟੈਟਿਕ ਫ੍ਰਿਕਸ਼ਨ ਦੀ ਜੋ ਮੈਕਸਿਮਮ ਵੈਲਿਊ ਹੁੰਦੀ ਹੈ, ਮੈਕਸਿਮਮ ਪੋਸੀਬਲ ਵੈਲਿਊ ਆਫ ਸਟੈਟਿਕ ਫ੍ਰਿਕਸ਼ਨ ਆ ਜੋ ਹੁੰਦੀ ਹੈ, ਇਸ ਨੂੰ ਬੋਲਦੇ ਨੇ ਲਿਮਿਟਿੰਗ ਫ੍ਰਿਕਸ਼ਨ। ਲਿਮਿਟਿੰਗ ਫ੍ਰਿਕਸ਼ਨ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਬਾਡੀ ਮੂਵ ਕਰਨ ਲੱਗ ਜਾਂਦੀ ਹੈ। ਜਦੋਂ ਤੁਸੀਂ ਫੋਰਸ ਜ਼ਿਆਦਾ ਲਗਾਤਾ, ਹੁਣ ਬਾਡੀ ਮੂਵ ਕਰਨ ਲੱਗੀ, ਹੁਣ ਬਾਡੀ ਮੋਸ਼ਨ 'ਚ ਹੈ। ਜਦੋਂ ਬਾਡੀ ਮੋਸ਼ਨ 'ਚ ਹੈ, ਹੁਣ ਜਿਵੇਂ ਤੁਸੀਂ ਆਪਣਾ ਫੋਰਸ ਲਗਾਉਣਾ ਬੰਦ ਕਰੋ ਫਿਰ ਰੁਕ ਜਾਂਦੀ ਹੈ, ਕਿਉਂਕਿ ਫਿਰ ਫ੍ਰਿਕਸ਼ਨ ਤਾਂ ਕੰਮ ਕਰ ਹੀ ਰਿਹਾ ਹੁੰਦਾ। ਸੋ ਜਿਹੜਾ ਫ੍ਰਿਕਸ਼ਨ ਉਸ ਟਾਈਮ ਕੰਮ ਕਰ ਰਿਹਾ ਹੁੰਦਾ ਜਦੋਂ ਬਾਡੀ ਮੋਸ਼ਨ 'ਚ ਹੁੰਦੀ ਹੈ, ਜਿਹਦੇ ਕਰਕੇ ਕਿ ਉਹ ਰੁਕਦਾ ਆ, ਤਾਂ ਉਸ ਨੂੰ ਕੀ ਬੋਲਦੇ ਆ? ਕਾਈਨੈਟਿਕ ਫ੍ਰਿਕਸ਼ਨ। ਸੋ ਬਹੁਤ ਸਿੰਪਲ ਜੀ ਗੱਲ ਸਮਝੋ। ਸਭ ਤੋਂ ਪਹਿਲਾਂ ਹੁੰਦੀ ਹੈ ਸਟੈਟਿਕ ਫ੍ਰਿਕਸ਼ਨ। ਇਹ ਉਦੋਂ ਐਕਟ ਕਰਦਾ ਹੈ ਜਦੋਂ ਬਾਡੀ ਰੈਸਟ ਵਿੱਚ ਹੈ। ਇਹਦੀ ਡੈਫੀਨੇਸ਼ਨ ਪੜ੍ਹ ਲਿਓ। ਸਟੈਟਿਕ ਫ੍ਰਿਕਸ਼ਨ ਜਿਹੜਾ ਸੈਲਫ ਐਡਜਸਟਿੰਗ ਫੋਰਸ ਹੁੰਦਾ ਆ, ਇਹ ਜਿੰਨਾ ਵੀ ਅਪਲਾਈਡ ਫੋਰਸ ਆਪਾਂ ਲਗਾਉਂਦੇ ਆ ਉਨਾ ਹੀ ਆਪਣੇ ਆਪ ਨੂੰ ਐਡਜਸਟ ਕਰ ਲੈਂਦਾ ਆ। ਤੇ ਇਹਦੀ ਜਿਹੜੀ ਮੈਕਸਿਮਮ ਵੈਲਿਊ ਹੁੰਦੀ ਹੈ, ਜਿੰਨੀ ਕਿ ਉਹ ਰੈਸਟ ਤੱਕ ਬਾਡੀ ਨੂੰ ਰੈਸਟ ਤੱਕ ਰੱਖਣ ਲਈ, ਮਤਲਬ ਜਿੰਨਾ ਮੈਕਸਿਮਮ ਫ੍ਰਿਕਸ਼ਨ ਲੱਗ ਪਾਉਂਦਾ ਹੈ, ਮੈਕਸਿਮਮ ਵੈਲਿਊ ਦੀ ਜਿਹੜੀ ਹੁੰਦੀ ਹੈ ਉਸੇ ਨੂੰ ਕੀ ਬੋਲਦੇ ਆ? ਲਿਮਿਟਿੰਗ ਫ੍ਰਿਕਸ਼ਨ। ਲਿਮਿਟਿੰਗ ਫ੍ਰਿਕਸ਼ਨ ਵੀ ਜਿੰਨਾ ਮੈਕਸਿਮਮ ਉਹ ਰੋਕ ਪਾਇਆ। ਉਸ ਤੋਂ ਬਾਅਦ ਹੋਰ ਵਧਾਓਗੇ ਤਾਂ ਬਾਡੀ ਤੁਰ ਪਏਗੀ, ਤੇ ਜਦੋਂ ਬਾਡੀ ਤੁਰ ਪਈ ਤਾਂ ਉਹਨੂੰ ਕੀ ਬੋਲਦੇ ਆ? ਕਾਈਨੈਟਿਕ ਫ੍ਰਿਕਸ਼ਨ। ਕਾਈਨੈਟਿਕ ਫ੍ਰਿਕਸ਼ਨ। ਕਾਈਨੈਟਿਕ ਫ੍ਰਿਕਸ਼ਨ। ਤੇ ਕਾਈਨੈਟਿਕ ਫ੍ਰਿਕਸ਼ਨ ਤੋਂ ਬਾਅਦ ਆਉਂਦਾ ਹੈ ਰੋਲਿੰਗ ਫ੍ਰਿਕਸ਼ਨ। ਰੋਲਿੰਗ ਫ੍ਰਿਕਸ਼ਨ ਦਾ ਕਿ ਜਦੋਂ ਬਾਡੀ ਸਲਾਈਡ ਨਾ ਕਰੇ, ਇਹ ਸਲਾਈਡ ਵਾਲੇ ਕੇਸ ਦੇ ਵਿੱਚ ਸੀਗੇ, ਵੈਨ ਬਾਡੀ ਸਲਾਈਡ ਕਰ ਰਹੀ ਸੀ। ਤੇ ਇਹ ਰੋਲਿੰਗ ਫ੍ਰਿਕਸ਼ਨ ਤੁਹਾਨੂੰ ਪਤਾ ਹੈ ਕਿ ਜਦੋਂ ਟਾਇਰ ਮੂਵ ਕਰਦਾ ਕਿਸੇ ਦੇ ਉੱਪਰ, ਸਰਫੇਸ ਦੇ ਉੱਪਰ ਇਸ ਤਰ੍ਹਾਂ ਰੋਲ ਕਰਦਾ ਹੈ, ਤਾਂ ਰੋਲ ਕਰਦਾ ਹੈ। ਤਾਂ ਰੋਲਿੰਗ ਫ੍ਰਿਕਸ਼ਨ ਦੇ ਆਪਣੇ ਰੀਜ਼ਨਸ ਨੇ, ਸਟੈਟਿਕ ਦੇ ਰੀਜ਼ਨਸ ਨੇ, ਕਾਈਨੈਟਿਕ ਦੇ ਰੀਜ਼ਨਸ ਨੇ। ਇਹਨਾਂ ਦੇ ਰੀਜ਼ਨਸ ਜਿਹੜੇ ਨੇ ਉਹ ਰੀਜ਼ਨਸ ਤੁਸੀਂ ਬੁੱਕਸ ਦੇ ਵਿੱਚੋਂ ਪੜ੍ਹ ਲਿਓਗੇ, ਹੁਣੀ ਪੜ੍ਹ ਲੋਗੇ, 15-20 ਮਿੰਟ 'ਚ ਪਤਾ ਲੱਗ ਜਾਏਗਾ। ਪ੍ਰੋਬਲਮ ਆਏ ਮੈਨੂੰ ਪੁੱਛ ਲਿਓ। ਬੇਸਿਕਲੀ ਬਹੁਤ ਸਾਰੇ ਤਰ੍ਹਾਂ ਉਹਨੇ ਬਹੁਤ ਸਾਰੀ ਥਿਓਰੀਜ਼ ਨੇ ਇਹਦੀਆਂ ਕਿ ਜਿਹੜਾ ਫ੍ਰਿਕਸ਼ਨ ਹੈ ਉਹ ਕਿਉਂ ਲੱਗਦਾ ਹੈ ਬੇਸਿਕਲੀ। ਠੀਕ ਹੈ, ਕਈ ਲੋਕ ਕਹਿੰਦੇ ਕਿ ਵੀ ਕਈ ਵਾਰ ਆਪਾਂ ਇਹ ਸਮਝਦੇ ਆ ਕਿ ਜਿਹੜਾ ਸਰਫੇਸ ਹੈ ਉਹ ਜਿਹੜਾ ਖੁਰਦਰਾ ਹੁੰਦਾ ਆ, ਤੇ ਜਿਹੜਾ ਉੱਪਰਲਾ ਸਰਫੇਸ ਦੇ ਉੱਪਰ ਰੱਖਿਆ ਉਹਦਾ ਵੀ ਖੁਰਦਰਾਪਨ ਇਹ 'ਚ ਫਸ ਜਾਂਦਾ ਹੈ ਪੂਰੀ ਤਰ੍ਹਾਂ। ਤੇ ਜਦੋਂ ਆਪਾਂ ਇਸ ਬਾਡੀ ਨੂੰ ਇਹਦੇ ਉੱਪਰ ਸਲਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇੱਥੇ ਇਹਦੇ ਕਰਕੇ ਰੁਕਦਾ ਆ, ਤੇ ਜਿਹੜਾ ਜ਼ੋਰ ਇੱਥੇ ਲੱਗਦਾ ਹੈ ਤਾਂ ਐਕਸ਼ਨ ਦਾ ਰਿਐਕਸ਼ਨ ਨਾਲ ਨਾਲ ਮਿਲਦਾ ਹੈ। ਇਸ ਲਈ ਜਿੰਨਾ ਐਕਸ਼ਨ ਲੱਗਦਾ ਹੈ ਉਨਾ ਹੀ ਰਿਐਕਸ਼ਨ ਮਿਲਦਾ ਹੈ, ਉਹ ਆਪਣਾ ਫ੍ਰਿਕਸ਼ਨ ਹੈ। ਫਿਰ ਅੱਗੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗਦਾ, ਹੋਰ ਵੀ ਚੀਜ਼ਾਂ ਪਤਾ ਲੱਗਦੀਆਂ, ਤੇ ਲਾਜ਼ ਆਫ ਫ੍ਰਿਕਸ਼ਨ ਪਤਾ ਲੱਗਦੇ ਨੇ ਕਿ ਜਿਹੜਾ ਫ੍ਰਿਕਸ਼ਨ ਹੈ ਉਹ ਕਿਸ ਤੇ ਚੀਜ਼ ਤੇ ਡਿਪੈਂਡ ਕਰਦਾ ਹੈ। ਕਿਉਂਕਿ ਪਹਿਲਾਂ ਤਾਂ ਇਹ ਮੰਨਿਆ ਜਾਂਦਾ ਸੀ ਕਿ ਜਿਹੜਾ ਫ੍ਰਿਕਸ਼ਨ ਹੈ ਉਹ ਸਰਫੇਸਿਸ ਦਾ ਆਪਸ 'ਚ ਇੰਟਰਲੌਕ ਹੋਣ ਦੇ ਕਰਕੇ ਪੈਦਾ ਹੁੰਦਾ ਹੈ, ਕਿ ਸਰਫੇਸਿਸ ਆਪਸ 'ਚ ਇੰਟਰਲੌਕ ਹੋ ਜਾਂਦੇ ਨੇ। ਫਿਰ ਉਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ। ਉਹਨਾਂ ਨੇ ਕੀਤਾ ਕਿ ਇਸ ਤਰ੍ਹਾਂ ਉਹਨਾਂ ਨੇ ਫ੍ਰਿਕਸ਼ਨ ਨੂੰ ਮਾਪਣ ਦੇ ਲਈ ਇੱਕ ਸਰਫੇਸ ਲਿਆ, ਸਰਫੇਸ ਦੇ ਉੱਪਰ ਇੱਕ ਬਾਡੀ ਰੱਖੀ, ਬਾਡੀ ਦਾ ਮਾਸ m ਰੱਖਿਆ, ਇੱਥੇ ਇੱਕ ਪੁਲੀ ਲਗਾਤੀ, ਪੁਲੀ ਦੇ ਉੱਪਰ ਇੱਥੇ ਨੀਚੇ ਪੈਨ ਲੈ ਲਿਆ, ਪੈਨ ਦੇ ਵਿੱਚ weight ਪਾਈ ਗਈ ਕਿ ਦੇਖ ਰਹੇ ਆ ਕਦੋਂ ਤੁਰਦਾ ਆ। ਮੰਨ ਲਓ ਪੈਨ 'ਚ ਮੈਂ 10-10 ਗ੍ਰਾਮ 20 ਗ੍ਰਾਮ ਕਰਕੇ ਪਾਉਂਦਾ ਰਿਹਾ, 15 ਮੰਨ ਲਓ 234 ਗ੍ਰਾਮ ਤੇ ਆਪ ਤੁਰ ਪਿਆ। ਜਦੋਂ 234 ਗ੍ਰਾਮ ਵਿੱਚ ਪਾਇਆ ਤਾਂ ਉਹਦੇ ਕਰਕੇ ਆ ਤੁਰ ਪਿਆ, ਜਸਟ ਸਟਾਰਟਡ ਮੂਵਿੰਗ। ਹੁਣ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕੀ ਕੀਤਾ, ਇੱਥੇ m ਦੇ ਨਾਲ ਇੱਕ ਹੋਰ m ਦੇ ਉੱਪਰ ਰੱਖਤਾ। ਹੁਣ 234 ਤੇ ਨਹੀਂ ਤੁਰਿਆ ਤੇ ਹੁਣ ਉਹਨਾਂ ਨੂੰ ਜ਼ਿਆਦਾ weight ਪਾਉਣਾ ਪੈ ਗਿਆ, ਗਾਂ ਮੇਜਰ ਕੀਤਾ।
फिर उन्होंने कहा भी आ जिहड़ा मास उपर रखता ना, इहनूं उपर ना रख के बल्कि इहदे नाल रखता इत्थे, तो वो कहते ਇਹਦੇ ਨਾਲ ਕੀ ਹੈ ਜ਼ਿਆਦਾ ਸਰਫੇਸ ਜੁੜ ਗਿਆ ਨਾ, ਦੇਖੋ ਇਹਦਾ ਸਰਫੇਸ ਵੀ ਹੋ ਗਿਆ, ਇਹਦਾ ਸਰਫੇਸ ਵੀ ਹੋ ਗਿਆ, ਤਾਂ ਡਬਲ ਸਰਫੇਸ ਦਾ ਕੰਟੈਕਟ ਹੋ ਗਿਆ, ਉਹਦੇ ਕਰਕੇ ਹੁਣ ਫ੍ਰਿਕਸ਼ਨ ਦੀ ਵੈਲਿਊ ਜ਼ਿਆਦਾ ਹੋਣੀ ਚਾਹੀਦੀ ਹੈ ਇੱਥੇ ਨਾ ਪਹਿਲਾਂ ਵਾਲੇ ਕੇਸ ਨਾਲੋਂ। ਇੱਕ ਤਾਂ ਆ ਕੇਸ ਹੈ, ਇੱਕ ਆ ਕੇਸ ਹੈ ਜਦੋਂ ਇਸ m ਨੂੰ ਉੱਪਰ ਰੱਖਿਆ, तो आ वाले केस विच ते आ वाले केस दोनों केस च फ्रिक्शन दा जिहड़ा अमाउंट इथों मेजर कीता आपा वेट पा के वो बिल्कुल बराबर सी, तो ਇਹਦੇ ਨਾਲ आ धारणा रद्द हो गई कि फ्रिक्शन जिहड़ा है वो सरफेस ते डिपेंड करदा है। फ्रिक्शन फिर किस ते डिपेंड करदा है, मतलब सरफेस ते भी डिपेंड करदा है इनडायरेक्टली समहाउ, बट किस चीज ते डिपेंड करदा तो यादा आ गल बहुत इंपॉर्टेंट है, मैं आही दसन जा रहा डायरेक्टली, हुण बाद च डिटेल च गल करांगे इहदे बारे आपां। सो कह रहे हैं कि जो किसी भी बॉडी के उपर, जो कोई सरफेस के उपर या कोई बॉडी के उपर कोई दूसरी बॉडी स्लाइड कर दी है या कुछ कर दी है, मान लो मास m है, तो जिहड़ा इहदा लिमिटिंग फ्रिक्शन हुंदा है जो तुसीं इहनूं फोर्स अप्लाई करदे हो तोड़न दे लई, ते जिन्ना मैक्स मान लो ये मोशन च आई जाएगी, तो जिहड़ा इहदे विच इत्थे इस जगह ते फ्रिक्शन लगदा है पिछे नूं रोकण दे लई, वो फ्रिक्शन जिहड़ा हुंदा है वो फ्रिक्शन डायरैक्टली प्रोपोर्शनल टू हुंदा है नॉर्मल रिएक्शन दे, हमेशा कि जिन्ना भी इस बॉडी दी नॉर्मल रिएक्शन हुंदी है, क्योंकि जिन्नी नॉर्मल रिएक्शन होएगी ऊपर नु उन्ना ही ज्यादा ओदा जिन्ना वेट होएगा उन्ना नॉर्मल रिएक्शन होएगा ना इस केस च, तो तुहानू पता ही है। ता फोर्स जिहड़ा फ्रिक्शन है वो डायरैक्टली प्रोपोर्शनल टू नॉर्मल रिएक्शन हुंदा है, क्योंकि नॉर्मल रिएक्शन तो ही पता लगदा कि बॉडी जिहड़ी सरफेस ते किन्ना चिपकी हुई, किन्ना ओनू पुश कर रही नीचे नू। सो कोई बॉडी नीचे जो पुश कर दी किसी को, तो करके ही फ्रिक्शन पैदा होता है। ये बहुत बेसिक लॉ है, फ्रिक्शन इज डायरेक्टली प्रोपोर्शनल टू नॉर्मल रिएक्शन। ते नॉर्मल रिएक्शन इस केस दे विच अपना की है mg, ते फिर f इज इक्वल टू म्यू mg आ जांदा वा, या फिर म्यू r भी कह दिंदे आपां। हियर म्यू इज कॉल्ड, आड़ा म्यू कांस्टेंट आ गया, म्यू इज कॉल्ड कोएफिशिएंट ऑफ फ्रिक्शन। आपां इत्थे ना तां कह रहे हैं लिमिटिंग फ्रिक्शन, ना कह रहे हैं किनेटिक फ्रिक्शन, बस फ्रिक्शन लिए आप यूज करते हैं, और डिपेंडिंग ऑन द सिचुएशन हर जगह फिर वही गिवन होता है अपन कोएफिशिएंट ऑफ फ्रिक्शन। सो जो फ्रिक्शन है वो प्रोपोर्शनल टू नॉर्मल रिएक्शन होता है। हुण तुसीं कहोगे ਇਹਦਾ कोई वड्डी गल होगी, नॉर्मल रिएक्शन प्रोपोर्शनल होता है, भी नॉर्मल रिएक्शन तो हमेशा वेट के बराबर होएगी, नहीं, नॉर्मल रिएक्शन हमेशा वेट के बराबर नहीं होंदी। सो सब तो इंपॉर्टेंट गल यही है इस चैप्टर की जिहड़ी मैं दस्सण जा रहा हूं। सो देखो जे इस तरह जे f प्रोपोर्शनल टू r मैं कहा तो f इज इक्वल टू म्यू r, जे तो बॉडी अपनी हैगी आ रेस्ट विच जस्ट स्टार्ट कर रही मूव करना, तो इहनूं कहांगे कोएफिशिएंट ऑफ लिमिटिंग फ्रिक्शन। ते जे बॉडी मोशन च है तां भी आही गल वैलिड है, बिल्कुल सेम आही गल वैलिड है, बिल्कुल आही गल वैलिड है, उत्थे म्यू नूं कहांगे कोएफिशिएंट ऑफ किनेटिक फ्रिक्शन। सो अपने आप ही ओहदा किनेटिक या लिमिटिंग बोल देवांगे, कोई फर्क नहीं पैंदा ओहदे नाल। फर्क कित्थे पैंदा है? फर्क देखो एक डायग्राम बनाऊंगा तो सारी गल्लां पईयां होणगीਆਂ। फर्क इत्थे पैंदा है कि मान लो कोई बॉडी सीधे सरफेस ते है ही नहीं है, इस तरह पई हुई है बॉडी, इस तरह एक सरफेस ते पई है, पर वो सरफेस जिहड़ा है वो सीधा नहीं है, वो की है इस तरह इनक्लाइंड सरफेस है। ते इनक्लाइंड सरफेस दे विच ओदा जिहड़ा एंगल ऑफ इंक्लिनेशन है वो गिवन हुंदा है, लेट इट बी थीटा, जस्ट एग्जांपल। इस केस च देखो की होएगा, आ डायग्राम बनाना आंदा होएगा तां ही आपां उत्थे इहदे बारे जवाब दे पावांगे। इहदे उपर मान लो बॉडी पई हुई है कोई, जिहड़ी बॉडी स्लाइड हो सकती है, वो इस तरह है, आ बॉडी पई हुई है, तो इस बॉडी का जिहड़ा वेट है, तुसीं मैनूं दसो जिहड़ा वेट एक्ट करदा है वो किहड़ी डायरेक्शन च एक्ट करदा है? हमेशा डाउनवर्ड, वर्टिकली डाउनवर्ड। सो इहदा वर्टिकली डाउनवर्ड वेट एक्ट करेगा हमेशा इस डायरेक्शन दे विच, ते ओह जिहड़ा वेट एक्ट करेगा उसनूं आपां कह दिंदे आ m * g। पर जिहड़ी आ बॉडी है सरफेस ते पई है, सरफेस सीधा नहीं गा, नीचे सरफेस टेढ़ा इनक्लाइंड है, इसलिए इसदा सरफेस दे उपर देखा जाए तो आ एक लाइन दे अलोंग गल करिए ये परपेंडिकुलर, इस दे अलोंग अपनी नॉर्मल रिएक्शन आनी चाहिए है, जस्ट मैं वैसे ड्रॉ की है, बाद में मैं दे दूंगा चाहे। तो अपना जिहड़ा इत्थे एक्ट करेगा
नॉर्मल रिएक्शन देखो की होएगा, नॉर्मल रिएक्शन एक्ट करेगा इथों परपेंडिकुलर डायरेक्शन इस तरह, आ अपनी होएगी नॉर्मल रिएक्शन, क्योंकि नॉर्मल रिएक्शन परपेंडिकुलर होती है सरफेस दे हमेशा, ये हैगी नॉर्मल रिएक्शन। तुसी मैनू आ दसना भी आ एंगल कितना होएगा, थीटा। ये थीटा ही होएगा। क्यों थीटा ही होएगा? क्योंकि देखो आ वाला जो थीटा इत्थे दिखाया मैं, ये इस हॉरिजॉन्टल ते ਇਹਦੇ ਵਿੱਚ है ना, ਤਾਂ ਇਹਦੇ परपेंडिकुलर कौन है? आ एम जी। ਇਹਦੇ परपेंडिकुलर देखो एम जी है ना, ਤੇ ਇਹਦੇ परपेंडिकुलर कौन है? आ ब्लू वाली लाइन, स्काई ब्लू लाइन। ਤਾਂ ਫਿਰ ਦੋਨਾਂ ਦੇ ਆ ਇਹਨਾਂ ਦੋਨਾਂ ਵਿੱਚ ਐਂਗਲ ਅਗਰ ਥੀਟਾ ਹੈ ਤਾਂ ਦੋਨਾਂ ਦੇ परपेंडिकुलर ਵਿੱਚ ਐਂਗਲ ਕਿੰਨਾ ਹੋਏਗਾ? ਥੀਟਾ ਹੋਏਗਾ। ਨਾਓ ਇੱਥੇ ਬੇਸਿਕਲੀ ਮੈਂ ਦੋ ਹੀ ਚੀਜ਼ਾਂ ਦਿਖਾਈਆਂ ਨੇ, ਇੱਕ ਦਿਖਾਈ ਆ ਨਾਰਮਲ ਰਿਐਕਸ਼ਨ ਤੇ ਇੱਕ ਦਿਖਾਇਆ ਵੇਟ, ਤੇ ਦਿਖਾਇਆ ਤੁਹਾਨੂੰ ਕਿ ਵਰਟੀਕਲ ਨਾਲ ਥੀਟਾ ਐਂਗਲ ਤੇ ਐਕਟ ਕਰੇਗਾ। ਸੋ ਹੁਣ ਤੁਸੀਂ ਦੇਖੋ ਵੇਟ ਦੇ ਦੋ ਕੰਪੋਨੈਂਟ ਬਣ ਜਾਣਗੇ। ਯੂ ਕੈਨ ਨਾਓ resolve this weight into two component। एक component इधर बनेगा weight ਦਾ component, यस सर, mg cos थीटा। एक ਇਹਦੇ perpendicular भी बनेगा ना, वो इधर ਨੂੰ बनेगा, है ना। weight ਦੇ ਜਿਹੜੇ ਦੋ component ਬਣੇ, ਇੱਕ weight ਦਾ component ਬਣੇਗਾ mg cos थीटा, ਨੀਚੇ ਨੂੰ ਜਿਹੜਾ ਆ ਰਿਹਾ ਉਹ ਕੀ ਬਣੇਗਾ? mg sin थीटा। sin थीटा। ਹੁਣ ਜਦੋਂ ਤੁਸੀਂ mg cos थीटा ਤੇ mg sin थीटा ਬਣਾ ਲਏ ਤਾਂ ਤੁਸੀਂ ਭੁੱਲ ਜਾਓ mg ਹੈਗਾ ਵੀ ਆ, ਕੰਪੋਨੈਂਟ ਤਾਂ ਬਣਾ ਹੀ ਲਿਓ ਉਹਦੇ। ਹੁਣ ਤੁਸੀਂ ਦੇਖੋ r ਕਿਹਦੇ ਬਰਾਬਰ ਹੋਏਗਾ? ਹੁਣ ਦੱਸੋ। mg cos थीटा। ਹਾਂ, ਇੱਥੇ ਜਿਹੜਾ ਨਾਰਮਲ ਰਿਐਕਸ਼ਨ ਹੈ ਉਹ mg ਦੇ ਬਰਾਬਰ ਨਹੀਂ ਹੈ, mg cos थीटा ਦੇ ਬਰਾਬਰ ਹੈ। ਸੋ ਇੱਥੇ ਜਿਹੜਾ ਫ੍ਰਿਕਸ਼ਨ ਲੱਗੇਗਾ डायरेक्टली प्रोपोर्शनल टू नॉर्मल रिएक्शन होएगा, म्यू r होएगा, r की होएगा mg cos थीटा। आ आएगा फ्रिक्शन इस केस ते फ्रिक्शन एक्ट किथे करेगा? क्योंकि बॉडी किधर ਨੂੰ ਜਾਣਾ ਜਾ ਰਹੀ ਹੈ? ਸਲਾਈਡ ਹੋ ਕੇ ਨੀਚੇ ਨੂੰ, ਤਾਂ फ्रिक्शन इधर ਨੂੰ ਸ਼ੋ ਕਰਾਂਗੇ ਆਪਾਂ, इधर ਨੂੰ फ्रिक्शन, ਤੇ फ्रिक्शन ਕਿਹਦੇ ਬਰਾਬਰ ਹੈ ਤੁਹਾਨੂੰ ਪਤਾ ਹੈ? म्यू * r। ਤਾਂ ਆ ਇੱਥੋਂ ਆਪਾਂ ਨੂੰ r ਮਿਲਿਆ ਕੰਪੇਅਰ ਕਰਕੇ weight ਤੋਂ ਹੀ, ਆ ਥੀਟਾ ਤੋਂ ਹੀ। मतलब फ्रिक्शन आ थीटा जितना ज्यादा होएगा उतना ही फ्रिक्शन ज्यादा कट होएगा। उल्टा हो गया कि ये सर cos थीटा, ये सर जितना वादा कट। अच्छा, जो ਜਦੋਂ थीटा ਦੀ ਵੈਲਿਊ 90 ਡਿਗਰੀ ਹੋ ਜਾਏਗੀ ਤਾਂ ਫ੍ਰਿਕਸ਼ਨ ਕਿੰਨਾ ਹੋਏਗਾ? 0। ਤੇ ਥੀਟਾ ਦੀ ਵੈਲਿਊ 90 ਡਿਗਰੀ ਹੋਣ ਦਾ ਮਤਲਬ ਪਤਾ ਕੀ ਹੈ? ਵੀ ਆ ਜਿਹੜੀ ਸਲਾਂਟ ਹੈ परपेंडिकुलर टू हॉरिजॉन्टल ਸਿੱਧੀ ਹੋ ਜਾਏਗੀ, है ना। थीटा जो 90 होएगा ਤੇ ਆਬਜੈਕਟ ਇਹਦੇ ਉੱਪਰ ਪਿਆ ਹੋਏਗਾ, ਤਾਂ ਤੁਸੀਂ ਦੱਸੋ ਇਸ ਆਬਜੈਕਟ ਨੂੰ ਕੀ ਕੋਈ ਫ੍ਰਿਕਸ਼ਨ ਨਾਰਮਲ ਰਿਐਕਸ਼ਨ ਹੋਏਗੀ? ਕੋਈ ਇਹਦੀ ਨਹੀਂ ਹੋਏਗੀ। ਹੁਣ ਤੁਹਾਨੂੰ ਨਾਰਮਲ ਰਿਐਕਸ਼ਨ ਦਾ ਮਤਲਬ ਸ਼ਾਇਦ ਪਤਾ ਲੱਗੇ ਇੱਥੋਂ, ਇਹਦਾ ਸਿੱਧਾ ਐ ਆਏਗਾ ਜਿਵੇਂ ਫ੍ਰੀ ਫਾਲ ਕਰ ਰਿਹਾ ਹੋਵੇ ਵੇਟ। यस सर। ਇਹ ਇਹਦੀ ਕੋਈ ਕੰਧ ਨਾਲ ਕੋਈ ਹੈ ਹੀ ਨਹੀਂ, ਲੈਣ ਦੇਣੀ ਨਹੀਂਗਾ। ਹੁਣ ਤੁਸੀਂ ਜੇ ਤੁਸੀਂ ਦੇਖਿਆ ਹਸਪੀਟਲਸ ਦੇ ਵਿੱਚ ਨਾ ਆ ਬਣੇ ਹੁੰਦੇ ਨੇ ਰੈਂਪ ਜਿਹੇ, ਦੇਖਿਆ? ਪੌੜੀਆਂ ਨਹੀਂ ਹੁੰਦੀਆਂ, ਰੈਂਪ ਜਿਹੇ ਹੁੰਦੇ ਤਾਂ ਕਿ ਪੇਸ਼ੈਂਟ ਨੂੰ ਉੱਥੇ ਪਾ ਕੇ ਲਿਆਇਆ ਜਾ ਸਕੇ ਸਟ੍ਰੈਚਰ ਤੇ। ਹੁਣ ਉੱਥੇ ਤੇ ਤੁਸੀਂ ਆਰਾਮ ਨਾਲ ਤੁਰ ਲੈਂਦੇ ਹੋ, ਐ ਕਰਕੇ ਚੱਲ ਜਾਂਦੇ ਹੋ ਜਿੱਥੇ ਜਾਣਾ ਹੁੰਦਾ ਹੈ। ਪਰ ਜੇ ਇਸ ਤਰ੍ਹਾਂ ਹੋਵੇ ਬਿਲਡਿੰਗ ਦੇ ਨਾਲ ਤੁਸੀਂ ਕਹੋ ਮੈਂ ਬਿਲਡਿੰਗ ਦੇ ਨਾਲ ਬਸ ਐ ਨਾਲ ਜੁੜ ਕੇ ਛਾਲ ਮਾਰ ਦੇਣੀ ਹੈ, ਤੁਸੀਂ ਮਰ ਜਾਣਾ ਹੈ। ਕਿਉਂਕਿ ਇੱਥੇ ਕੋਈ ਨਾਰਮਲ ਰਿਐਕਸ਼ਨ ਨਹੀਂ ਮਿਲਣਾ ਤੁਹਾਡੇ weight ਨੂੰ ਬੈਲੈਂਸ ਕਰ ਲਿਆ। ਅਗਰ weight ਤਾਂ ਨੀਚੇ ਨੂੰ weight ਨੂੰ ਸਿੱਧਾ ਹੀ ਲੈ ਕੇ ਆਏਗਾ ਤੁਹਾਨੂੰ, ਤੁਸੀਂ ਬਿਲਕੁਲ ਉਵੇਂ ਹੀ ਗਿਰੋਗੇ ਜਿਵੇਂ ਕਿ ਅਦਰਵਾਈਜ਼ ਵੀ ਗਿਰਨਾ ਹੀ ਸੀ। ਇਹਦੇ ਨਾਲ ਭਾਵੇਂ ਸਰਫੇਸ ਹੋਵੇ ਤੇ ਭਾਵੇਂ ਨਾ ਹੋਵੇ। ਤੇ ਇਸੇ ਲਈ ਆਪਾਂ ਕਹਿੰਦੇ ਨਾਰਮਲ ਰਿਐਕਸ਼ਨ ਬੜੀ ਚੀਜ਼ ਹੁੰਦੀ ਹੈ ਇੰਪੋਰਟੈਂਟ, ਕਿ ਜਿੰਨਾ ਇਹ ਥੀਟਾ ਘੱਟ ਹੋਏਗਾ ਉਨੀ ਨਾਰਮਲ ਰਿਐਕਸ਼ਨ ਜ਼ਿਆਦਾ ਹੋਏਗੀ। ਤੇ ਜਦੋਂ ਇਹ ਇੱਥੇ ਹੋ ਜਾਏਗਾ ਤਾਂ ਫਿਰ ਨਾਰਮਲ ਰਿਐਕਸ਼ਨ ਸਭ ਤੋਂ ਮੈਕਸਿਮਮ ਹੋਏਗੀ, ਉਹ ਬਿਲਕੁਲ weight ਦੇ ਬਰਾਬਰ ਹੋਏਗੀ, mg ਦੇ ਬਰਾਬਰ, ਫਿਰ cos ਥੀਟਾ ਨਹੀਂ ਆਏਗਾ। ਸੋ ਇਸ ਤਰ੍ਹਾਂ ਹਰ ਕੇਸ ਦੇ ਵਿੱਚ ਆਪਾਂ ਅਲੱਗ-ਅਲੱਗ ਉਹ ਦੇਖਦੇ ਹਾਂ ਕਿ ਜਿਹੜੇ ਨਾਰਮਲ ਰਿਐਕਸ਼ਨਸ ਨੇ ਉਹ ਕਿਵੇਂ ਨੇ, ਤੇ ਇਹ ਤੁਹਾਨੂੰ ਕਿਤਾਬਾਂ ਵਿੱਚ ਸਮਝਾਇਆ ਗਿਆ ਹੁੰਦਾ ਆ ਇਹਨਾਂ ਚੀਜ਼ਾਂ ਨੂੰ। ਮੈਂ ਬਹੁਤ ਸ਼ਾਰਟ ਚ ਦੇ ਰਿਹਾ ਚੀਜ਼ਾਂ ਨੂੰ ਬਸ। ਹਾਂਜੀ ਯੋਗੇਸ਼। ਥੀਟਾ ਇਕੁਅਲ ਕਿੱਦਾਂ ਲੈ ਲਿਓ ਨਹੀਂ ਪਤਾ ਲੱਗਿਆ। ਆ ਥੀਟਾ ਇੱਥੇ ਕਿਵੇਂ ਆਇਆ ਸੀ? ਥੀਟਾ mg ਨਾ ਆ। ਜੀ ਸਰ। ਹਾਂਜੀ।
ਤੂੰ ਇਹ ਦੇਖ ਲੈ ਦੋ ਲਾਈਨਾਂ ਮੰਨ ਲੈ ਆ ਲਾਈਨ ਆ ਇੱਕ ਤੇ ਆ ਲਾਈਨ ਆ ਇਹਨਾਂ ਦੋਨਾਂ ਲਾਈਨਾਂ 'ਚ ਮੰਨ ਲੈ ਐਂਗਲ ਹੈਗਾ ਥੀਟਾ ਤੇ ਜਦੋਂ ਇਹਨਾਂ ਵਿੱਚੋਂ ਆ ਲਾਈਨ ਦੇ ਪਰਪੈਂਡੀਕੂਲਰ ਲਾਈਨ ਡਰਾ ਕਰੇਗਾ ਤਾਂ ਇੱਧਰ ਨੂੰ ਹੋਊਗੀ ਉਹ ਹਨਾ ਆ ਲਾਈਨ ਦੇ ਪਰਪੈਂਡੀਕੂਲਰ ਡਰਾ ਕਰੇਗਾ ਤਾਂ ਉਹ ਇੱਧਰ ਨੂੰ ਹੋਏਗੀ ਉਹਨਾਂ ਦੋਨਾਂ 'ਚ ਵੀ ਐਂਗਲ ਥੀਟਾ ਹੀ ਆਏਗਾ ਇਹ ਜਿਓਮੈਟਰੀ ਦਾ ਰੂਲ ਆ ਓਕੇ ਸਰ ਤੁਸੀਂ ਕਰਦੇ ਹੀ ਸ਼ਾਇਦ ਇਦਾਂ ਦਾ ਰੂਲ ਕੀਤਾ ਸੀ ਕਿ ਨਹੀਂ ਮੈਨੂੰ ਆਪ ਨੂੰ ਨਹੀਂ ਪਤਾ ਤੁਸੀਂ ਕੀਤਾ ਸੀ ਕਿ ਨਹੀਂ ਮੈਂ ਤਾਂ ਮੈਨੂੰ ਇਹ ਲੱਗ ਰਿਹਾ 10th 'ਚ ਹੁੰਦਾ ਸੀ ਸਰ ਇਹਨੂੰ ਵੀ ਸਮਝ ਸਕਦੀ ਹਾਂ ਇਹ ਤਾਂ ਉਹ ਵੀ ਕਰ ਸਕਦੇ ਆ ਸਰ ਆ ਪਰਪੈਂਡੀਕੂਲਰ ਡਰਾ ਕਰ ਦੋ ਰੂ ਆ ਵੇਟ ਵਾਲਾ mg ਮੈਂ ਐ ਬਣਾ ਦੇਣਾ ਵੈਕਟਰ ਦੇ ਫਾਰਮ 'ਚ ਬਣਾ ਦੇਣਾ ਆ ਦੇ ਆ ਇੱਕ ਵੈਕਟਰ ਆ ਮੰਨ ਲਓ ਆ ਇੱਕ ਵੈਕਟਰ ਆ ਠੀਕ ਹੈ ਤੇ ਇਹ ਇੱਕ ਵੈਕਟਰ ਆ ਤੇ ਇਹਦੇ ਨਾਲ ਇੱਕ ਵੈਕਟਰ ਹੋਰ ਆ ਵੈਕਟਰ ਆ ਇੱਕ a ਵੈਕਟਰ ਆ ਤੇ ਇੱਕ b ਵੈਕਟਰ ਆ ਹੁਣ ਆ a ਵੈਕਟਰ ਦੇ ਵਿੱਚ ਤੇ b ਵੈਕਟਰ ਦੇ ਵਿੱਚ ਮੰਨ ਲਓ ਐਂਗਲ ਹੈਗਾ ਆ ਥੀਟਾ ਮੈਂ ਇਹ ਕਹਿ ਰਿਹਾ ਤੁਸੀਂ a ਵੈਕਟਰ ਨੂੰ ਇਹਨਾਂ ਵਿੱਚੋਂ 90 ਡਿਗਰੀ ਰੋਟੇਟ ਕਰ ਦਿਓ ਠੀਕ ਹੈ ਜਦੋਂ ਤੁਸੀਂ a ਵੈਕਟਰ ਨੂੰ 90 ਡਿਗਰੀ ਰੋਟੇਟ ਕਰ ਦੋਗੇ ਤਾਂ a ਵੈਕਟਰ ਦਾ ਇੱਥੇ ਆ ਜਾਏਗਾ a ਡੈਸ਼ ਹਨਾ a ਡੈਸ਼ ਆ ਗਿਆ ਤੇ a ਡੈਸ਼ ਵੈਕਟਰ ਤੇ b ਵੈਕਟਰ ਨੂੰ ਵੀ 90 ਡਿਗਰੀ ਰੋਟੇਟ ਕਰੋ 90 ਡਿਗਰੀ ਕਰਨਾ ਉਹਨੂੰ ਵੀ ਤੇ ਜਦੋਂ b ਨੂੰ 90 ਡਿਗਰੀ ਰੋਟੇਟ ਕਰੋਗੇ ਤਾਂ ਇਸ ਤਰ੍ਹਾਂ ਹੋਏਗਾ b 90 ਡਿਗਰੀ ਹੈ ਨਾ ਤਾਂ ਉਹਨਾਂ ਦੇ ਰੋਟੇਟ ਕਰਨ ਤੋਂ ਬਾਅਦ ਦੋਨਾਂ ਨੂੰ 90 ਡਿਗਰੀ ਰੋਟੇਟ ਕੀਤਾ ਤਾਂ ਪਹਿਲਾਂ ਉਹਨਾਂ 'ਚ ਜਿੰਨਾ ਐਂਗਲ ਸੀਗਾ ਫਿਰ ਮੁੜ ਕੇ ਉਹਨੇ ਹੋਏਗਾ ਕਿ ਨਹੀਂ ਯੈਸ ਸਰ ਥੀਟਾ ਹੀ ਰਹੇਗਾ ਯੋਗੇਸ਼ ਹਾਂਜੀ ਸਰ ਥੀਟਾ ਹੀ ਰਹੇਗਾ ਠੀਕ ਹੈ ਸੋ ਉਹੀ ਕੀਤਾ ਇੱਥੇ ਜਿਹੜਾ ਥੀਟਾ ਵਾ ਐਂਗਲ ਇਹ ਥੀਟਾ ਇਹਨਾਂ ਦੋਨਾਂ ਦੇ ਵਿੱਚ ਆ ਸਰਫੇਸਿਸ ਦੇ ਵਿੱਚ ਆ ਦੇਖਣਾ ਕਿੰਨਾ ਵਿੱਚ ਹੈਗਾ ਵਾ ਇਹਦੇ ਵਿੱਚ ਤੇ ਇਹਦੇ ਵਿੱਚ ਆ ਇਹਦੇ ਪਰਪੈਂਡੀਕੂਲਰ ਕੌਣ ਆ weight ਤੇ ਇਹਦੇ ਪਰਪੈਂਡੀਕੂਲਰ ਕੌਣ ਆ ਮੈਂ ਲਾਈਨ ਡਰਾ ਕੀਤੀ ਸੀ ਤਾਂ ਫਿਰ ਉਹਨਾਂ ਦੋਨਾਂ 'ਚ ਆ ਐਂਗਲ ਵੀ 90 ਉਹੀ ਹੋਏਗਾ ਥੀਟਾ ਹੀ ਹੋਏਗਾ ਓਕੇ ਸਰ ਕੀ ਕਹਿਣ ਲੱਗਾ ਸੀ ਮੈਂ ਹੁਣ ਇਹ ਜਿਹੜੀ ਮੇਨ ਤੁਹਾਡੇ ਕੋਲ ਜਿਹੜੀ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਹੁੰਦੀ ਹੈ ਸਭ ਤੋਂ ਇੰਪੋਰਟੈਂਟ ਚੀਜ਼ f ਪ੍ਰੋਪੋਰਸ਼ਨਲ ਟੂ ਹਮੇਸ਼ਾ r ਹੋਏਗੀ r ਅਲੱਗ-ਅਲੱਗ ਕੇਸ ਅਲੱਗ-ਅਲੱਗ ਹੋਏਗੀ f μ r ਇਹ ਆਪਣਾ ਇੱਕ ਰਿਲੇਸ਼ਨ ਰਹੇਗਾ ਸਭ ਤੋਂ ਇੰਪੋਰਟੈਂਟ ਪਹਿਲਾ ਦੂਜੀ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਆ ਅੱਛਾ μ ਕਿਸ ਤੇ ਡਿਪੈਂਡ ਕਰਦਾ ਪਤਾ μ ਡਿਪੈਂਡ ਕਰਦਾ ਵੀ ਉਹ ਸਰਫੇਸ ਕਿੰਨੇ ਆਪਸ ਚ ਪਾਲਿਸ਼ ਕੀਤੇ ਹੋਏ ਨੇ ਕਿੰਨੇ ਖੁਰਦਰੇ ਨੇ ਇਹਨਾਂ ਚੀਜ਼ਾਂ ਤੇ ਡਿਪੈਂਡ ਕਰਦਾ μ ਕਿਉਂਕਿ ਹੁਣ ਸੇਮ ਨਾਰਮਲ ਰਿਐਕਸ਼ਨ ਵਾਲਾ ਕੋਈ ਬਾਕਸ ਹੈ ਉਹੀ ਹੋ ਸਕਦਾ 20 ਕਿਲੋ ਦਾ ਬਾਕਸ ਕਿਸੇ ਆਮ ਪਲੇਨ ਫਰਸ਼ ਤੇ ਰੋੜਨਾ ਆਸਾਨ ਹੋਵੇ ਤੇ ਉਹੀ ਸੜਕ ਤੇ ਰੋੜਨਾ ਔਖਾ ਵੀ ਤਾਂ ਹੋ ਸਕਦਾ ਨਾ ਜਿੱਥੇ ਬਜੜੀ ਪਈ ਹੋਵੇ ਬਹੁਤ ਜ਼ਿਆਦਾ ਸੋ ਉਹ ਚੀਜ਼ਾਂ ਨੂੰ ਕੌਣ ਟੈਕਲ ਕਰਦਾ ਹੈ μ ਦੇ ਅੰਦਰ ਆ ਜਾਂਦੀਆਂ ਨੇ ਨਾਰਮਲ ਰਿਐਕਸ਼ਨ ਸਿਰਫ weight ਨਾਲ ਆਪਾਂ ਪਤਾ ਕਰ ਸਕਦੇ ਹਾਂ ਚਾਹੇ ਉਹ ਇਨਕਲਾਈਨਡ ਸਰਫੇਸ ਹੋਵੇ ਚਾਹੇ ਨਾ ਹੋਵੇ ਦੂਸਰੀ ਗੱਲ ਜਿਹੜੀ ਹੁੰਦੀ ਹੈ ਐਂਗਲ ਆਫ ਫ੍ਰਿਕਸ਼ਨ ਤੇ ਤੀਸਰੀ ਗੱਲ ਜਿਹੜੀ ਹੈਗੀ ਐਂਗਲ ਆਫ ਰਿਪੋਜ਼ ਜਾਂ ਫਿਰ ਐਂਗਲ ਆਫ ਸਲਾਈਡਿੰਗ ਇਹਨੂੰ ਆ ਵੀ ਕਹਿ ਦਿੰਦੇ ਆ ਸੋ ਆ ਕੀ ਨੇ ਇਹਨਾਂ ਦੀ ਡੈਫੀਨੇਸ਼ਨਸ ਕਰ ਲੈਣੀ ਹੈ ਚੰਗੀ ਤਰ੍ਹਾਂ ਤੇ ਮੈਂ ਬਾਕੀ ਤੁਹਾਨੂੰ ਦੱਸ ਦਿੰਦਾ ਮੈਂ ਹੁਣੇ ਦੇਖੋ ਸਾਰੇ ਮੈਨੂੰ ਦੇਖ ਰਹੇ ਹੋ ਯੈਸ ਸਰ ਫੁੱਲ ਸਕਰੀਨ ਤੇ ਆ ਰਿਹਾ ਨਾ ਆ ਰਿਮੋਟ ਹੈ ਜੀ ਏਸੀ ਦਾ ਰਿਮੋਟ ਹੈ ਆ ਕਾਪੀ ਹੈ ਇੱਕ ਸਰਫੇਸ ਹੈ ਸਮਝ ਲਓ ਠੀਕ ਹੈ ਤੇ ਆ ਜਿਹੜਾ ਸਰਫੇਸ ਹੈ ਇਹ ਇਸ ਨੂੰ ਇਸ ਤਰ੍ਹਾਂ ਹੌਰੀਜ਼ੌਂਟਲ ਰੱਖ ਦਵਾਂ ਜੇ ਤੇ ਇਹਦੇ ਉੱਪਰ ਰੱਖ ਦਵਾਂ ਮੈਂ ਇਸ ਰਿਮੋਟ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਪਿਆ ਰਹੇਗਾ ਹਮੇਸ਼ਾ ਹੀ ਪਿਆ ਰਹੇਗਾ ਹਨਾ ਇਹ ਰਿਮੋਟ ਇੱਥੇ ਹੀ ਪਿਆ ਰਹੇਗਾ ਹਮੇਸ਼ਾ ਪਰ ਜੇ ਮੈਂ ਇਸ ਕਾਪੀ ਨੂੰ ਥੋੜਾ ਜਿਹਾ ਸਲਾਂਟ ਥੋੜਾ ਜਿਹਾ ਇਸ ਤਰ੍ਹਾਂ ਉੱਪਰ ਨੂੰ ਚੱਕਾਂ ਐਂਗਲ ਤੇ ਤਾਂ ਦੇਖੋ ਰਿਮੋਟ ਹਲੇ ਵੀ ਪਿਆ ਹੈ ਹਿੱਲਿਆ ਨਹੀਂ ਹੈ ਥੋੜਾ ਜਿਹਾ ਹੋਰ ਐਂਗਲ ਚੱਕ ਦਵਾਂ ਹਜੇ ਵੀ ਪਿਆ ਹੈ ਦੇਖੋ ਹਿੱਲਿਆ ਨਹੀਂ ਹੈ ਥੋੜਾ ਜਿਹਾ ਹੋਰ ਚੱਕ ਦਵਾਂ ਦੇਖੋ ਹਲੇ ਹੁਣ ਹਿੱਲ ਜਿਹੜੇ ਐਂਗਲ ਤੇ ਜਾ ਕੇ ਬੋਡੀ ਜਸਟ ਸਲਾਈਡ ਕਰਨਾ ਸ਼ੁਰੂ ਕਰ ਦੇਵੇ ਨੀਚੇ ਨੂੰ ਆਣਾ ਸ਼ੁਰੂ ਕਰ ਦੇਵੇ ਉਸ ਐਂਗਲ ਨੂੰ ਕੀ ਬੋਲਦੇ ਐਂਗਲ ਆਫ ਸਲਾਈਡਿੰਗ ਜਾਂ ਫਿਰ ਐਂਗਲ ਆਫ ਰਿਪੋਜ਼ ਬੋਲਦੇ ਨੇ ਆਪਾਂ ਤੇ ਹਰ ਸਰਫੇਸ ਲਈ ਅਲੱਗ-ਅਲੱਗ ਹੁੰਦਾ ਹੈ ਤੁਹਾਨੂੰ ਇਹ ਪਤਾ ਹੈ ਕਿ ਕੋਈ ਵੀ ਬੋਡੀ ਜੇ ਸਲਾਂਟ ਸਰਫੇਸ ਵੀ ਤਾਂ ਵੀ ਬੋਡੀ ਤੇ ਰੁਕ ਸਕਦੀ ਹੈ ਪਰ ਹੋ ਸਕਦਾ ਹੈ ਕਿ ਐਂਗਲ ਵਧਾਈ ਜੋ ਤਾਂ ਇੱਕ ਟਾਈਮ ਤੇ ਇੱਕ ਵਾਰ ਥੱਲੇ ਆ ਜਾਂਦੀ ਹੈ ਨਾ ਹੁਣ ਮੈਂ ਤੁਹਾਨੂੰ ਸਮਝਾਉਣਾ ਕਿਵੇਂ ਹੁੰਦਾ ਹੈ ਸੋ ਐਂਗਲ ਆਫ ਰਿਪੋਜ਼ ਨੂੰ ਪਹਿਲਾਂ ਸਮਝੀਏ
ਉਹਦੇ ਲਈ ਆਪਾਂ ਇੱਕ ਆ ਮੰਨ ਲੈਂਦੇ ਆ ਕਿ ਆ ਇੱਕ ਬੋਡੀ ਦੇ ਲਈ ਤਾਂ ਆਪਾਂ ਲਾਈਨ ਡਰਾ ਕਰਤੀ ਪਹਿਲਾਂ, ਇਹ ਸਰਫੇਸ ਹੌਰੀਜ਼ੌਂਟਲ ਹੈ ਸਮਝ ਲਓ, ਤੇ ਆਪਾਂ ਇੱਕ ਬੋਡੀ ਨੂੰ ਇੱਕ ਸਰਫੇਸ ਤੇ ਰੱਖਣਾ ਹੈ, ਤੇ ਆ ਜਿਹੜਾ ਸਰਫੇਸ ਹੈ ਇਹ ਮੂਵ ਕਰ ਸਕਦਾ, ਇਸ ਨੂੰ ਐ ਵਧਾ ਸਕਦਾ ਮੈਂ ਜਿੰਨਾ ਮਰਜ਼ੀ, ਇਹਨੂੰ ਐ ਵਧਾ ਸਕਦਾ, ਤੇ ਮੰਨ ਲਓ ਮੈਂ ਕਿਸੇ ਐਂਗਲ ਤੱਕ ਇਹਨੂੰ ਐ ਇੰਨਾ ਕੀਤਾ, ਬੋਡੀ ਸਲਾਈਡ ਨਹੀਂ ਕੀਤੀ, ਇੰਨਾ ਕੀਤਾ ਬੋਡੀ ਫਿਰ ਸਲਾਈਡ ਨਹੀਂ ਕੀਤੀ, ਜਸਟ ਇੰਨਾ ਕੀਤਾ ਨਾਲ ਸਲਾਈਡ ਕਰਨ ਲੱਗੇ, ਮੈਂ ਇੱਥੇ ਰੁਕ ਗਿਆ। ਫਿਰ ਆ ਜਿੰਨੇ ਐਂਗਲ ਤੇ ਜਾਂ ਇੰਨਾ ਐਂਗਲ ਤੇ ਮੰਨ ਲਓ ਸਲਾਈਡ ਕਰਨ ਲੱਗੀ, ਰੁਕ ਗਿਆ ਮੈਂ, ਜਿੰਨੇ ਐਂਗਲ ਤੇ ਜਾ ਕੇ ਬੋਡੀ ਇਹਦੇ ਉੱਪਰ ਰੱਖਣ ਤੇ ਸਲਾਈਡ ਕਰਨ ਲੱਗ ਜਾਵੇ ਉਸ ਨੂੰ ਤਾਂ ਬੋਲਦੇ ਐਂਗਲ ਆਫ ਰਿਪੋਜ਼। ਯਾਨੀ ਇਸ ਤੋਂ ਪਹਿਲਾਂ ਮੰਨ ਲਓ ਇਸ ਤੋਂ ਘੱਟ ਐਂਗਲ ਤੇ ਇੱਥੇ ਬੋਡੀ ਨਹੀਂ ਜਾ ਰਹੀ ਸੀ ਨੀਚੇ, ਇੱਥੇ ਬਿਲਕੁਲ ਮੋਸ਼ਨ ਚ ਨਹੀਂ ਸੀ, ਠੀਕ ਹੈ ਗੱਲ। ਜਿਵੇਂ ਹੀ ਇਸ ਐਂਗਲ ਤੇ ਪਹੁੰਚਿਆ, ਉਸ ਐਂਗਲ ਤੇ ਜਾ ਕੇ ਉਹਨੇ ਕਰ ਲਿਆ, ਤੇ ਉਸ ਐਂਗਲ ਨੂੰ ਆਪਾਂ ਮੰਨ ਲਓ ਐਲਫਾ ਕਹਿ ਦਿੰਦੇ ਆ, ਨਵਾਂ ਨਾਮ ਰੱਖ ਦਿੰਦੇ ਐਂਗਲ ਆਫ ਰਿਪੋਜ਼। ਐਂਗਲ ਆਫ ਰਿਪੋਜ਼ ਹੁੰਦਾ ਜਦੋਂ ਬੋਡੀ ਜਸਟ ਸਟਾਰਟ ਕਰਦੀ ਹੈ, ਜਸਟ ਮੋਸ਼ਨ ਚ ਆ ਨਹੀਂ ਜਾਂਦੀ, ਜਸਟ ਸਟਾਰਟ ਕਰਦੀ ਹੈ, ਜਦੋਂ ਮਿਨੀਮਮ ਐਂਗਲ, the minimum angle of inclination of a plane at which a body is placed is just starts moving is called angle of repose। ਤੇ just start ਕਿਵੇਂ ਕਰੇਗੀ, ਇਹ ਚ ਦੇਖੋ ਸਿੰਪਲ ਜੀ ਗੱਲ ਹੈ, ਇਹਦਾ weight ਕਰੇਗਾ ਐਕਟ ਨੀਚੇ ਨੂੰ mg, ਤੇ ਤੁਹਾਨੂੰ ਪਤਾ ਹੈ ਕਿ ਜੇ ਇਹਦਾ weight ਨੀਚੇ ਨੂੰ ਐਕਟ ਕਰੇਗਾ ਤੇ ਇਹਦੇ ਵਿੱਚ ਮੈਂ ਆ ਪਰਪੈਂਡੀਕੂਲਰ ਇੱਕ ਮੈਂ ਵੈਸੀ ਲਾਈਨ ਡਰਾ ਕਰ ਲਵਾਂ ਤਾਂ ਇਹਦੇ ਚ ਐਂਗਲ ਐਲਫਾ ਹੀ ਹੋਏਗਾ, कोई प्रॉब्लम नहीं है, हुणे मैं करके दिखाया। तो जिहड़ा वेट होएगा, इस वेट के तुसीं दो कंपोनेंट बना सकते हो, एक कंपोनेंट इहदा इधर नूं होएगा, ओनू कहांगे mg cos अल्फा, एक कंपोनेंट नीचे नूं होएगा, ओनू कहांगे mg sin अल्फा। ते इस तो पहला भी तां mg sin अल्फा होएगा ना, जदों अल्फा तो घट एंगल होएगा, पर उदों ओ mg sin अल्फा इन्ना काफी नहीं सीगा कि वो फ्रिक्शन नूं ओवरकम कर सके, यानी फ्रिक्शन हले उससे ज्यादा होता सी या फ्रिक्शन बैलेंस कर लेंदा सी। ਜਦੋਂ ਤੁਸੀਂ ਕਰੀਏ mg sin अल्फा ਵੱਡਾ ਹੁੰਦਾ ਜਾਏਗਾ, ਤਾਂ ਉਹਦੇ ਕਰਕੇ ਇੱਕ ਜਗ੍ਹਾ ਆਏਗੀ ਜਦੋਂ ਇਹਦੇ ਵਿੱਚ ਆ ਆਪਣਾ ਹੋਏਗਾ ਨਾਰਮਲ ਰਿਐਕਸ਼ਨ, ਤੇ weight ਨੂੰ ਹੁਣ ਭੁੱਲ ਜਾਓ ਤੁਸੀਂ, ਕਿਉਂਕਿ ਡਿਵਾਈਡ ਕਰ ਲਿਆ, ਤਾਂ ਤੁਹਾਡਾ ਇੱਥੇ r ਕਿਹਦੇ ਬਰਾਬਰ ਹੋਏਗਾ, ਇਹਦੇ, ਤੇ ਤੁਹਾਡਾ ਜਿਹੜਾ mg sin अल्फा ਹੋਏਗਾ ਉਹ ਕਿਹਦੇ ਬਰਾਬਰ ਹੋਏਗਾ, ਉਹ ਪੂਰੀ ਤਰ੍ਹਾਂ ਫ੍ਰਿਕਸ਼ਨ ਦੇ ਬਰਾਬਰ ਹੋਏਗਾ, ਲਿਮਿਟਿੰਗ ਫ੍ਰਿਕਸ਼ਨ ਦੇ, ਯਾਨੀ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਦੇ ਬਰਾਬਰ ਹੋਏਗਾ। ਆਹੀ ਹੈ ਲਿਮਿਟਿੰਗ ਫ੍ਰਿਕਸ਼ਨ, ਸਭ ਤੋਂ ਮੈਕਸਿਮਮ ਫ੍ਰਿਕਸ਼ਨ ਉਹੀ ਹੈ, ਕਿਉਂਕਿ ਇਸ ਤੋਂ ਬਾਅਦ ਜਦੋਂ ਹੋਰ ਵਧਾਓਗੇ ਤਾਂ ਫਿਰ ਉਹਨੇ ਗਿਰ ਜਾਣਾ ਨਾ, ਬੋਡੀ ਨੀਚੇ ਆ ਜਾਏਗੀ, ਫ੍ਰਿਕਸ਼ਨ ਤੋਂ ਵੱਧ ਜਾਏਗਾ ਕੰਮ ਲਿਮਿਟਿੰਗ ਫ੍ਰਿਕਸ਼ਨ ਤੋਂ। ਆਹ ਦੋ ਇਕੁਏਸ਼ਨ ਜਿਹੜੀਆਂ ਨੇ ਬਹੁਤ ਇੰਪੋਰਟੈਂਟ ਨੇ ਹਰ ਇੱਕ ਜਗ੍ਹਾ ਗੱਲ ਨੂੰ ਕਰਨ ਲਈ। ਸੋ ਜੇ ਇਹਨੂੰ ਡਿਵਾਈਡ ਕਰ ਦਵਾਂ ਮੈਂ ਦੂਜੇ ਨੂੰ ਪਹਿਲੇ ਨਾਲ, mg sin अल्फा over mg cos अल्फा is equal to f over r हो जाएगा, कटे रहेगा, तो tan अल्फा किहदे बराबर हो जाएगा, f over r दे। अच्छा f over r किहदे बराबर है, तुहानू पता ना f equal to mu r हुंदा है, तो f over r किहदे बराबर होएगा फिर mu, सो a किहदे बराबर होएगा, so tan अल्फा is equal to mu, so mu जिहड़ा अपना कोएफिशिएंट ऑफ लिमिटिंग फ्रिक्शन है वो बेसिकली tan ऑफ एंगल ऑफ रिपोज के बराबर होता है, ये अपन को इत्थों पता लग गया। इसी तरह अपने को एक चीज होती है एंगल ऑफ फ्रिक्शन, ये भी बड़ा इंपॉर्टेंट है। एंगल ऑफ फ्रिक्शन की होता है, चाहे बॉडी प्लेन च मूव कर रही हो तां भी एंगल ऑफ फ्रिक्शन बारे गल की जा सकती है। सो एंगल ऑफ फ्रिक्शन की होता है कि मान लो आ बॉडी है, प्लेन ते मूव कर रही है, तो इत्थे इहदे उपर बॉडी पई हुई है, ਤੇ ਮੰਨ ਲਓ ਬੋਡੀ ਨੂੰ ਤੁਸੀਂ ਇੱਧਰ ਨੂੰ ਖਿੱਚ ਰਹੇ ਹੋ, ਮੈਕਸਿਮਮ ਜਸਟ ਸਟਾਰਟ ਮੂਵਿੰਗ ਜਦੋਂ ਬੋਡੀ ਕਰਦੀ ਹੈ, ਆ ਫੋਰਸ ਲਾ ਰਹੇ ਹੋ ਤੁਸੀਂ, ਤਾਂ ਇਸ ਬੋਡੀ ਨੂੰ ਕੀ ਲੱਗਦਾ ਹੈ, ਫ੍ਰਿਕਸ਼ਨ ਲੱਗਦਾ ਹੈ, ਇਸ ਡਾਇਰੈਕਸ਼ਨ ਚ ਆ ਫ੍ਰਿਕਸ਼ਨ ਲੱਗਦਾ ਹੈ। ਤੇ ਬੋਡੀ ਦਾ ਇੱਕ ਨਾਰਮਲ ਰਿਐਕਸ਼ਨ ਵੀ ਹੁੰਦਾ ਹੈ, ਤੁਹਾਨੂੰ ਪਤਾ ਹੈ, ਨਾਰਮਲ ਰਿਐਕਸ਼ਨ ਜਿਹੜਾ ਆ ਉਹ ਉੱਪਰਲੀ ਡਾਇਰੈਕਸ਼ਨ ਚ ਲੱਗਦਾ ਹੈ। ਤਾਂ ਉਹ ਕਹਿੰਦੇ ਨੇ ਕਿ ਜਿਹੜਾ ਆਹ ਤਾਂ ਅਪਲਾਈਡ ਫੋਰਸ ਹੈ ਆਪਣਾ, ਇੱਦਾਂ ਛੱਡੋ, ਜਿਹੜਾ ਫ੍ਰਿਕਸ਼ਨ ਤੇ ਨਾਰਮਲ ਰਿਐਕਸ਼ਨ ਦਾ ਰਿਜ਼ਲਟੈਂਟ ਹੋਏਗਾ, ਰਿਜ਼ਲਟੈਂਟ ਤੁਸੀਂ ਨਾਰਮਲ ਰਿਐਕਸ਼ਨ ਤੇ ਇਹਦਾ ਬਣਾ ਸਕਦੇ ਹੋ, फ्रिक्शन ते नॉर्मल रिएक्शन का जो रिजल्टेंट होएगा उस रिजल्टेंट का नॉर्मल रिएक्शन जो एंगल बनता है उन्होंने कहते हैं एंगल ऑफ फ्रिक्शन। सो इस तरह डायग्राम इसलिए समझा रहे हैं क्योंकि
ਉਦਾਂ ਪੜ੍ਹ ਕੇ ਰੱਟਾ ਮਾਰ ਕੇ ਨਹੀਂ ਹੁੰਦਾ, ਯਾਦ ਨਹੀਂ ਹੁੰਦਾ, ਬੱਚੇ ਨੂੰ ਐ ਯਾਦ ਰਹਿੰਦਾ ਵਾ ਅੱਛਾ ਆਹ ਵਾ ਐਂਗਲ ਆਫ ਫ੍ਰਿਕਸ਼ਨ। ਇਹਦਾ ਮਤਲਬ ਐਂਗਲ ਆਫ ਫ੍ਰਿਕਸ਼ਨ ਕੀ ਕਹਾਂਗਾ ਮੈਂ, ਤੇਰੇ ਸਾਹਮਣੇ ਦੇਖ ਕੇ ਬੋਲੋ कि the angle of friction is the angle between the resultant of the friction and normal reaction, ਜਿਹੜਾ ਕਿ blue color ਕਰਨਾ ਹੈ, with normal reaction। so normal reaction ਨਾਲ ਜਿਹੜਾ angle ਆਇਆ, ਤੇ ਜੇ ਤੁਸੀਂ ਆਹ ਵਾਲਾ ਥੀਟਾ ਪਤਾ ਕਰਨਾ ਹੈ ਤਾਂ ਇਸ tan ਥੀਟਾ ਇਹਦਾ ਕੀ ਆਏਗਾ, this perpendicular, ਇਹ perpendicular ਕਿਹਦੇ ਬਰਾਬਰ ਹੈ, F over base I ਆ, ਇਹੋ ਕੀ ਹੁੰਦਾ ਮਿਊ। ਇਹਦਾ ਮਤਲਬ ਕੀ ਆ, ਤਿੰਨ ਚੀਜ਼ਾਂ ਹੋ ਗਈਆਂ, ਮਤਲਬ ਜਿਹੜਾ ਮਿਊ ਹੁੰਦਾ ਆ, ਜੋ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਹੈ ਉਹ tan ਆਫ ਥੀਟਾ ਦੇ ਬਰਾਬਰ ਹੁੰਦਾ ਹੈ, ਉਹ tan ਆਫ ਐਲਫਾ ਦੇ ਬਰਾਬਰ ਹੁੰਦਾ ਹੈ। ਇਹ ਤਿੰਨੋਂ ਚੀਜ਼ਾਂ ਦੇਖੋ ਬਿਲਕੁਲ ਅਲੱਗ-ਅਲੱਗ ਕਿਸਮ ਤੋਂ ਆਈਆਂ ਨੇ। ਇਹ ਤਾਂ ਆਇਆ ਸੀਗਾ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਕੀ ਫ੍ਰਿਕਸ਼ਨ ਪ੍ਰੋਪੋਰਸ਼ਨਲ ਟੂ ਨਾਰਮਲ ਰਿਐਕਸ਼ਨ ਹੁੰਦਾ ਹੈ ਤੇ ਫ੍ਰਿਕਸ਼ਨ ਇਜ਼ ਇਕੁਅਲ ਟੂ ਮਿਊ ਆਰ ਹੁੰਦਾ ਹੈ। ਇਹ ਨਵੀਂ ਚੀਜ਼ ਆ। ਇਹਦਾ ਐਂਗਲ ਆਫ ਫ੍ਰਿਕਸ਼ਨ ਆਪਾਂ ਡਿਫਾਈਨ ਕੀਤਾ ਹੈ ਤੇ ਇਹਦੇ ਵਿੱਚ ਐਂਗਲ ਆਫ ਫ੍ਰਿਕਸ਼ਨ ਨੂੰ ਆਪਾਂ ਕੀ ਕਿਹਾ ਵਾ, ਐਂਗਲ ਬਿਟਵੀਨ ਦਾ ਰਿਜ਼ਲਟੈਂਟ ਆਫ ਫ੍ਰਿਕਸ਼ਨ ਐਂਡ ਨਾਰਮਲ ਰਿਐਕਸ਼ਨ ਵਿਦ ਨਾਰਮਲ ਰਿਐਕਸ਼ਨ। ਆ ਨਵੀਂ ਇਹ ਚੀਜ਼ ਆ, ਇਹਦਾ ਕਰਕੇ ਦੇਖ ਸਕਦੇ ਆ ਆਪਾਂ ਕਿੰਨੇ ਐਂਗਲ ਤੇ ਜਾ ਕੇ ਬਾਡੀ ਜਸਟ ਸਟਾਰਟ ਕਰਦੀ ਹੈ ਸਲਾਈਡ ਕਰਨਾ, ਉਹਨੂੰ ਐਂਗਲ ਆਫ ਰਿਪੋਜ਼ ਕਹਿੰਦੇ ਆ ਜਾਂ ਐਂਗਲ ਆਫ ਸਲਾਈਡਿੰਗ ਕਹਿੰਦੇ ਆ। ਤੇ ਦੇਖੋ ਆ ਚੀਜ਼ਾਂ ਬਰਾਬਰ ਹੁੰਦੀਆਂ ਨੇ। ਇਹਨਾਂ ਦੋਨੋਂ ਇਕੁਏਸ਼ਨਾਂ ਤੋਂ ਤੁਹਾਨੂੰ ਪਤਾ ਲੱਗਦਾ ਕਿ ਐਂਗਲ ਆਫ ਰਿਪੋਜ਼ ਜਾਂ ਐਂਗਲ ਆਫ ਸਲਾਈਡਿੰਗ ਤੇ ਐਂਗਲ ਆਫ ਫ੍ਰਿਕਸ਼ਨ ਸੇਮ ਹੀ ਹੁੰਦੇ ਨੇ। ਸੋ ਇਹ ਤੇ ਇਹਨਾਂ ਵਿੱਚ ਕੋਈ ਐਂਗਲ ਮਿਲ ਜਵੇ ਤਾਂ ਤੁਸੀਂ ਇਹਦੇ ਨਾਲ ਮਿਊ ਪਤਾ ਕਰ ਸਕਦੇ ਹੋ। ਸੋ ਜੇ ਕੋਈ ਕਹਿ ਰਿਹਾ ਥੀਟਾ angle of friction between the two surfaces is 30 degree, what is the coefficient of friction? tan 30 degree 1/√। बस ਸਮਝ ਲੱਗੀ ਗੱਲ। ਸੋ ਫ੍ਰਿਕਸ਼ਨ ਬਾਰੇ ਆ ਗੱਲਾਂ ਬੜੀਆਂ ਇੰਪੋਰਟੈਂਟ ਹੈਗੀਆਂ ਨੇ। ਹੁਣ ਇਸ ਤੋਂ ਬਾਅਦ ਜ਼ਿਆਦਾ ਮੈਂ ਉਹ ਚੀਜ਼ ਪਾਉਂਗਾ ਤੁਹਾਨੂੰ, ਇਹ ਇੰਨਾ ਕੁ ਪੜ੍ਹ ਕੇ ਉਸ ਤੋਂ ਬਾਅਦ ਇੱਕ ਦੋ ਹੋਰ ਜਿਹੜੇ ਇਸ ਤਰ੍ਹਾਂ ਦੇ ਆਰਟੀਕਲਸ ਨੇ ਵਰਕ ਡਨ ਕੈਲਕੂਲੇਟ ਕਰਨਾ ਇੱਥੇ ਦੱਸਿਆ ਇਹਨਾਂ ਨੇ। ਹੁਣ ਇੱਥੇ ਦੇਖੋ ਜੇ ਵਰਕ ਡਨ ਕੈਲਕੂਲੇਟ ਕਰਨਾ ਹੋਵੇ ਤਾਂ ਕਿਵੇਂ ਕਰਾਂਗੇ ਵਰਕ ਡਨ, ਮੈਂ ਤੁਹਾਨੂੰ ਇੱਥੇ ਹੀ ਸਮਝਾ ਦਿੰਦਾ ਇਹਦੇ ਉੱਪਰ ਹੀ। ਜਿਹੜੇ ਬੱਚੇ ਕਰਨਾ ਚਾਹੁੰਦੇ ਹੋਣਗੇ ਉਹਨੂੰ ਕਰ ਲੈਣਗੇ। ਅੱਛਾ ਵਰਕ ਡਨ ਦੋ ਤਰ੍ਹਾਂ ਹੁੰਦਾ ਆ ਬਈ, ਜਾਂ ਤਾਂ ਬਾਡੀ ਨੂੰ ਤੁਸੀਂ ਉੱਪਰ ਲੈ ਕੇ ਜਾਣਾ ਜਾਂ ਨੀਚੇ ਲੈ ਕੇ ਆਉਣਾ। ਸੋ ਬਾਕੀ ਸਾਰੀ ਗੱਲਾਂ ਮੈਂ ਲਿਖੀਆਂ ਹੋਈਆਂ ਨੇ, ਇਹਦੇ ਵਿੱਚ ਬਣਿਆ ਹੋਇਆ ਵਾ, ਇਹਦੇ ਵਿੱਚ ਬਣਾ ਦਿੰਦਾ। ਚਲੋ ਅੱਛਾ ਜਦੋਂ ਤੁਸੀਂ ਬਾਡੀ ਨੂੰ ਲੈ ਕੇ ਜਾਣਾ ਉੱਪਰ ਹਨਾ, ਅਪਵਰਡ ਲੈ ਕੇ ਜਾਣਾ, ਜਦੋਂ ਬਾਡੀ ਨੂੰ ਅਪਵਰਡ ਲੈ ਕੇ ਜਾਣ ਲਈ ਤੁਸੀਂ ਫੋਰਸ ਕਿੱਥੇ ਲਗਾਓਗੇ ਦੱਸੋ? ਇੱਥੇ ਲਗਾਓਗੇ ਨਾ। ਤੇ ਜਦੋਂ ਤੁਸੀਂ ਫੋਰਸ ਲਗਾ ਕੇ ਬਾਡੀ ਨੂੰ ਅੱਗੇ ਨੂੰ ਮੂਵ ਕਰੋਗੇ ਤਾਂ ਫ੍ਰਿਕਸ਼ਨ ਤੁਹਾਡਾ ਇੱਥੇ ਥੋੜੀ ਰਹਿ ਜਾਏਗਾ। ਫਿਰ ਫ੍ਰਿਕਸ਼ਨ ਤਾਂ ਮੋਸ਼ਨ ਦੇ ਆਪੋਜ਼ਿਟ ਹੁੰਦਾ, ਫਿਰ ਕਿੱਧਰ ਨੂੰ ਲੱਗੇਗਾ? ਪਿੱਛੇ ਨੂੰ ਲੱਗੇਗਾ ਫ੍ਰਿਕਸ਼ਨ ਵੀ। ਯੈਸ ਸਰ। ਇਹਨਾਂ ਨੇ ਦੋਨਾਂ ਨੇ ਤਾਂ ਕੁਝ ਕਰਨਾ ਨਹੀਂ ਵਰਕ ਡਨ ਲਈ। ਉੱਪਰ ਜਾਣ ਦੇ ਵਿੱਚ ਕੀ ਆਹ ਵਾਲਾ ਫੋਰਸ ਅਪਲਾਈਡ ਫੋਰਸ ਜਿਹੜਾ ਹੋਏਗਾ ਉਹ ਨੀਅਰਲੀ ਘੱਟੋ ਘੱਟ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ? mg sin alpha ਦੇ ਪਲੱਸ ਫ੍ਰਿਕਸ਼ਨ ਦੇ, ਹੈ ਨਾ। ਜੇ ਅਪਵਰਡ ਜਾਣਾ ਲੈ ਕੇ ਇਹਨੂੰ ਤੇ ਫਿਰ mg sin alpha ਤੇ ਪਲੱਸ ਫ੍ਰਿਕਸ਼ਨ ਆ ਦੋਨੋਂ ਪਿੱਛੇ ਨੂੰ ਆ ਗਏ, ਇਹਨਾਂ ਦੋਨਾਂ ਦੇ ਅਗੇਂਸਟ ਆ ਫੋਰਸ ਲੱਗਣਾ ਪਏਗਾ। ਫਿਰ ਇਹਦੇ ਨਾਲ ਤੁਸੀਂ ਕੀ ਕਰੋਗੇ? ਵਰਕ ਡਨ ਲਈ ਫੋਰਸ ਇਨਟੂ ਡਿਸਪਲੇਸਮੈਂਟ। ਮੰਨ ਲਓ ਇੱਥੇ ਤੋਂ ਲੈ ਕੇ ਇੱਥੇ ਤੱਕ ਡਿਸਪਲੇਸਮੈਂਟ s ਹੈ, ਉਹ ਕੀ ਬਣ ਜਾਏਗਾ? ਆ ਗਿਆ ਵਰਕ ਡਨ। ਤੇ f ਨੂੰ ਤੁਸੀਂ ਮਿਊ r ਲਿਖ ਸਕਦੇ ਹੋ, ਤੇ ਮਿਊ r ਕੀ ਹੈ? mg cos alpha। ਆ ਵਰਕ ਡਨ ਆ ਗਿਆ ਅਪਵਰਡ ਜਾਂਦੇ ਹੋਏ। ਜੇ ਡਾਊਨਵਰਡ ਲੈ ਕੇ ਆਣਾ ਤਾਂ ਕੀ ਕਰਾਂਗੇ? ਬਸ ਲਾਸਟ ਗੱਲ ਦੱਸ ਰਿਹਾ ਮੈਂ ਬਸ। ਜੇ ਡਾਊਨਵਰਡ ਲੈ ਕੇ ਆਣਾ ਤਾਂ ਡਾਊਨਵਰਡ ਲੈ ਕੇ ਆਂਦੇ ਤਾਂ ਫੋਰਸ ਤੁਹਾਡਾ ਇੱਧਰ ਲੱਗੇਗਾ ਤੇ ਫ੍ਰਿਕਸ਼ਨ ਪਿੱਛੇ ਲੱਗੇਗਾ। ਫਿਰ ਤੁਹਾਡਾ ਜਿਹੜਾ ਅਪਲਾਈਡ ਫੋਰਸ ਹੋਏਗਾ ਤੇ mg sin alpha ਇਹਦਾ ਸਾਥ ਦੇਗਾ ਨਾ। ਹੁਣ f ਤੇ mg sin फ्रिक्शन पीछे लगेगा तो थोड़ा f क्या आएगा? mg sin अल्फा माइनस f आएगा। तो माइनस साइन आएगा f ते, यानी कि मतलब वर्क डन घट होएगा नीचे फिर f माइनस mg sin। हां वो बात इन्हों लिख दा कि फिर म्यू इनटू mg cos अल्फा ते नाल फिर s ला देंगे नाल तो वो आ रहेगा वर्क डन। सो अपवर्ड ते डाउनवर्ड जांदे, बस याद रखना कि फ्रिक्शन दी वो बदलनी होंदी। जे ऊपर जा रहे हो फ्रिक्शन पीछे लगेगा, नीचे आ रहे हो फ्रिक्शन ऊपर लगेगा। तो ਇਹਦੇ ਅਕੋਰਡਿੰਗ ਇਹਨੂੰ ਆਪਾਂ ਐਡਜਸਟ ਕਰਕੇ ਇਕੁਏਸ਼ਨ ਚ ਆਪਣਾ ਅਪਲਾਈਡ ਫੋਰਸ ਪਤਾ ਕਰਦੇ ਆ, ਤੇ ਅਪਲਾਈਡ ਫੋਰਸ ਪਤਾ ਕਰਕੇ ਉਹਨੂੰ ਬਸ ਪੁੱਟ ਕਰ ਦੇਣਾ ਤਾਂ ਵਰਕ ਡਨ ਆ ਜਾਂਦਾ ਹੈ। ਦੈਟਸ ਇਨਫ। ਬਸ ਇਸ ਤੋਂ ਜ਼ਿਆਦਾ ਫ੍ਰਿਕਸ਼ਨ ਦੇ ਬਾਰੇ ਡਿਟੇਲ ਚ ਨਹੀਂ ਜਾ ਸਕਦੇ ਆਪਾਂ। ਇੰਨਾ ਚੰਗੀ ਤਰ੍ਹਾਂ ਕਰ ਲਿਓ, ਪੜ੍ਹ ਲਿਓ, 8 ਵਜੇ ਤੱਕ ਪੜ੍ਹ ਲਓ। ਜਿੰਨੀਆਂ ਪ੍ਰੋਬਲਮਸ ਤੁਹਾਡੀਆਂ WhatsApp ਤੇ ਮੈਂ ਇਹਦੇ ਬਾਰੇ ਜਵਾਬ ਦੇ ਸਕਦਾ ਹਾਂ ਦੇ ਦੂੰਗਾ, ਨਹੀਂ ਤਾਂ ਫਿਰ ਆਪਾਂ ਹੁਣ
ਇਹ ਕਰਾਂਗੇ ਤੁਹਾਡੇ ਐਗਜ਼ਾਮ ਤੋਂ ਬਾਅਦ। ਤੇ ਠੀਕ ਹੈ ਜੀ, ਸਾਫ ਸੁਥਰਾ ਲਿਖਿਓ ਜਿਵੇਂ ਸਭ ਕੁਝ ਨੂੰ ਕਿਹਾ, ਧਿਆਨ ਰੱਖਿਓ। ਆਲ ਦਾ ਬੈਸਟ ਸਾਰੇ ਮੈਡੀਕਲ ਸਟੂਡੈਂਟਸ ਨੂੰ। ਸਰ ਹਾਂਜੀ ਸਰ ਇੱਕ ਟੈਸਟ ਦੇ ਵਿੱਚ ਐਕਸਲਰੇਸ਼ਨ ਵਾਲਾ ਕੁਐਸਚਨ ਤੋਂ ਦੱਸ ਦਿਓ, ਮੈਕਸਿਮਮ ਐਕਸਲਰੇਸ਼ਨ ਫਾਈਂਡ ਕਰਨੀ ਸੀਗੀ। ਉਹਦਾ ਐ ਸੀਗਾ, ਮੈਂ ਹੁਣ ਇਸ ਟਾਈਮ ਵਿੱਚ ਸ਼ੇਅਰ ਨਹੀਂ ਕਰ ਸਕਦਾ, ਤੇ ਚੱਲ ਐ ਦਿਖਾ ਦੇਣਾ ਤੈਨੂੰ। ਐ ਸੀਗਾ ਮਤਲਬ 2 ਸੈਕਿੰਡ ਐ ਕਰਕੇ ਸੀਗਾ ਨਾ, ਕੁਛ ਇਦਾਂ ਦਾ। ਹਾਂਜੀ ਹਾਂਜੀ ਸਰ। ਤੇ ਐ ਕਰਕੇ ਹੈ ਨਾ, ਮਤਲਬ 2 ਆ ਤੇ ਆ 12 ਹੈ, ਮੰਨ ਲਾ ਜਸਟ ਮੈਂ ਐਗਜ਼ਾਮਪਲ ਕਹਿ ਰਿਹਾ, ਤਾਂ 2 ਤੋਂ 12 ਤੱਕ ਜਾਣਾ ਨਾ, 2 ਤੋਂ ਹਾਂਜੀ 2 ਤੋਂ ਲੈ ਕੇ ਇਸ ਪੁਆਇੰਟ ਦਾ ਦੇਖੇਂਗੇ, ਇੱਥੇ ਐਕਸਲਰੇਸ਼ਨ ਵੱਖਰੀ ਆਊਗੀ ਨਾ, ਹਾਂਜੀ ਇਹਦੀ ਸਲੋਪ। ਫਿਰ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਸਲੋਪ ਵੱਖਰੀ ਆਊਗੀ, ਹਾਂਜੀ ਸਰ। ਇਸ ਤੋਂ ਇਸ ਤੱਕ ਵੱਖਰੀ ਆਊਗੀ। 3 ਐਕਸਲਰੇਸ਼ਨ ਆਣੀਆਂ ਸੀ, ਉਹਨਾਂ ਵਿੱਚੋਂ ਮੈਕਸਿਮਮ ਜਿਹੜੀ ਆ ਉਹ ਦੱਸਣੀ ਸੀ। ਤੇ ਬੱਚੇ ਦੇਖਿਓ ਤੋਂ ਲੈ ਕੇ 12 ਤੱਕ ਸਿੱਧਾ ਡਾਇਰੈਕਟ ਹੀ ਪਤਾ ਕਰੀ ਜਾ ਰਹੇ ਕਿ ਐਕਸਲਰੇਸ਼ਨ 2.5 ਪਤਾ ਕਿਵੇਂ ਪਤਾ ਕਰੀ ਜਾ ਰਹੇ। ਸਰ ਦੇਖਿਓ, ਜਿਹੜਾ ਮੰਨ ਲਓ ਫਸਟ ਸਲੋਪ ਹੈ, ਤੁਸੀਂ ਫਸਟ ਬਣਾਈ ਹੈ, ਫਿਰ ਬਾਅਦ ਨੀਚੇ ਆ ਰਿਹਾ ਹੈ ਨਾ, ਜੇ ਮੰਨ ਲਓ ਨੀਚੇ ਵਾਲੇ ਦੀ ਵੈਲਿਊ ਜ਼ਿਆਦਾ ਆ ਰਹੀ ਹੈ ਤੇ ਉੱਪਰ ਵਾਲੇ ਦੀ ਘੱਟ ਆ ਰਹੀ ਹੈ, ਤਾਂ ਉਹ ਮੈਕਸਿਮਮ ਕਿਹਨੂੰ ਲਿਖਾਂਗੇ? ਕਿਉਂਕਿ ਨੀਚੇ ਵਾਲਾ ਤਾਂ ਜਿਹੜਾ ਪੋਜ਼ਿਟਿਵ ਨਹੀਂ ਦੇਖੋ, ਪਹਿਲੀ ਗੱਲ ਤਾਂ ਇਹ ਤੁਹਾਨੂੰ ਮੈਂ ਪਹਿਲੇ ਦੱਸਿਆ ਸੀ ਕਿ ਜਿਹੜੀ ਸਲੋਪ ਹੁੰਦੀ ਹੈ, ਜੇ ਤਾਂ ਉਹ ਲੈਸ ਦੈਨ 90 ਡਿਗਰੀ ਇਧਰ ਨੂੰ ਹੈ ਹਨਾ, ਐਕਸ ਐਕਸਿਸ ਨਾਲ ਹੁੰਦੀ ਸਲੋਪ, ਹਾਂਜੀ ਤਾਂ tan ਥੀਟਾ ਜਿਹੜਾ ਪਰਪੈਂਡੀਕੂਲਰ ਪਰ ਬੇਸ ਹੋ ਗਿਆ। ਜੋ ਇਦਾਂ ਹੋਏਗੀ ਤਾਂ ਤੁਹਾਡਾ ਜਿਹੜਾ ਆ ਇਧਰ ਆ ਬੇਸ ਨੈਗੇਟਿਵ ਆ ਰਿਹਾ ਤੁਹਾਡਾ ਨਾ, ਕਿਉਂਕਿ ਤੁਹਾਡੀ ਹਾਂਜੀ ਆ ਇਹਦਾ ਦਾ ਸਲੋਪ ਆ 90 ਤੋਂ ਉੱਪਰ ਚਲਾ ਗਿਆ, ਇਹਨੂੰ ਬਸ ਤੁਸੀਂ ਪਰਪੈਂਡੀਕੂਲਰ ਪਰ ਬੇਸ ਕਰਕੇ ਨੈਗੇਟਿਵ ਲਿਖ ਦੋਗੇ ਬਸ, ਜਿਹੜੀ ਇਸ ਤਰ੍ਹਾਂ ਦੀ ਆਏਗੀ ਇਧਰ। ਹਾਂਜੀ ਫਿਰ ਉਹ ਨੈਗੇਟਿਵ ਹੋ ਜੂਗੀ ਸਰ, ਫਿਰ ਆਪਾਂ ਉਹਨੂੰ ਮਤਲਬ ਮੈਕਸਿਮਮ ਤਾਂ ਨਹੀਂ ਲੈ ਸਕਦੇ ਜੋ ਵੱਡੀ ਤੋਂ ਵੱਡੀ ਹੋਊਗੀ ਤਿੰਨਾਂ ਦੇ ਵਿੱਚੋਂ। ਮੈਕਸਿਮਮ ਦਾ ਮਤਲਬ ਬੇਸਿਕਲੀ ਹੁੰਦਾ ਹੈ ਕਿ ਮੈਗਨੀਟਿਊਡ ਮੈਕਸਿਮਮ, ਇੱਥੇ ਪੋਜ਼ਿਟਿਵ ਨੈਗੇਟਿਵ ਵਾਂਗੂ ਨਹੀਂ ਹੁੰਦਾ ਹੈ। ਠੀਕ ਹੈ ਸਰ। ਠੀਕ ਹੈ ਨਾ, ਕਿਉਂਕਿ ਜੇ ਐਕਸਲਰੇਸ਼ਨ ਬਹੁਤ ਜ਼ਿਆਦਾ ਨੈਗੇਟਿਵ ਵਾਲਾ, ਬਹੁਤ ਜ਼ਿਆਦਾ ਫੋਰਸ ਲੱਗ ਰਿਹਾ ਉੱਥੇ, ਉਹ 0 ਤੋਂ ਘੱਟ ਵਾਲਾ ਗੱਲ ਨਹੀਂ ਹੈ, ਇੱਥੇ ਨੈਗੇਟਿਵ ਮਤਲਬ ਸਿਰਫ ਡਾਇਰੈਕਸ਼ਨ ਤੋਂ ਹੀ ਹੈ। ਠੀਕ ਹੈ ਅਗਰ ਬੱਚਿਓ ਤੁਸੀਂ ਰਿਟਾਰਡੇਸ਼ਨ ਜੇ ਲਿਖਦੇ ਹੋ, ਰਿਟਾਰਡੇਸ਼ਨ ਲਿਖੋਗੇ 5 ਮੀਟਰ ਪਰ ਸੈਕਿੰਡ ਸਕੁਅਰ ਲਿਖੋਗੇ, ਜੇ ਡੀਸੈਲਰੇਸ਼ਨ ਲਿਖੋਗੇ ਤਾਂ 5 ਮੀਟਰ ਪਰ ਸੈਕਿੰਡ ਸਕੁਅਰ ਲਿਖੋਗੇ ਇਸ ਸਵਾਲ ਜਿਵੇਂ, ਪਰ ਜੇ ਐਕਸਲਰੇਸ਼ਨ ਲਿਖੋਗੇ ਤਾਂ -5 ਲਿਖੋਗੇ। ਮਾਈਨਸ ਸਾਈਨ ਜੇ ਤੁਸੀਂ ਐਕਸਲਰੇਸ਼ਨ ਨੂੰ ਕਹਿ ਹੀ ਰਿਟਾਰਡੇਸ਼ਨ ਜਾਂ ਦਿੱਤਾ ਤਾਂ ਨੈਗੇਟਿਵ ਉੱਚ ਕੰਜ਼ਿਊਮ ਹੋ ਗਿਆ, ਮਤਲਬ ਫਿਰ ਉਹਨੂੰ ਆਨਸਰ ਕੱਲਾ ਮੈਗਨੀਟਿਊਡ ਦੱਸ ਦੇਣਾ। ਠੀਕ ਹੈ ਜੀ, ਬਾਕੀ ਕਰ ਲਿਓ ਹੁਣ ਸਾਰੇ ਜਣੇ ਧਿਆਨ ਨਾਲ ਕੱਲ ਦਾ ਪੇਪਰ।